ਭੈਣੋ ਭਾਈਓ, ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦਾ ਧੰਨਵਾਦ ਹੈ ਅੱਜ ਦੇ ਇਸ ਦਿਨ ਵਾਸਤੇ, ਇਸ ਸੁੰਦਰ ਸਮੇਂ ਵਾਸਤੇ ਜੋ ਪਰਮੇਸ਼ਵਰ ਨੇ ਸਾਡੀਆਂ ਜ਼ਿੰਦਗੀਆਂ 'ਚ ਬਖਸ਼ਿਆ। ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਠੀਕ ਠਾਕ ਜੇ। ਪ੍ਰਾਰਥਨਾ ਅਸੀਂ ਤੁਹਾਡੇ ਲਈ ਲਗਾਤਾਰ ਕਰਦੇ ਹਾਂ ਔਰ ਜਲਦ ਹੀ ਪਰਮੇਸ਼ਵਰ ਨੇ ਚਾਹਿਆ ਤਾਂ ਅਸੀਂ ਸੰਗਤ ਲਈ ਵੀ ਕੁਝ ਨਾ ਕੁਝ ਪ੍ਰਬੰਧ ਕਰਾਂਗੇ। ਮੈਂ ਜਾਣਦਾ ਸਾਰਿਆਂ ਦੇ ਮਨਾਂ 'ਚ ਇਹ ਵਿਚਾਰ ਨੇ ਕਿ ਕਈ ਚਰਚ ਖੁੱਲ੍ਹ ਰਹੇ ਨੇ, ਕਈ ਜਗ੍ਹਾ ਸੰਗਤ ਕੀਤੀ ਜਾ ਰਹੀ ਹੈ ਔਰ ਬੰਦਗੀਆਂ ਹੋ ਰਹੀਆਂ ਨੇ। ਪਰ ਇੱਕ ਚੀਜ਼ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਸੰਗਤ ਕਰ ਸਕਦੇ ਹਾਂ, ਸੰਗਤ ਦੀ ਕੋਈ ਗੱਲ ਨਹੀਂ ਹੈ। ਸਰਕਾਰ ਵੱਲੋਂ ਕੁਝ ਹਦਾਇਤਾਂ ਨੇ ਕਿ ਇੰਨੇ ਜਣੇ ਇਕੱਠੇ ਹੋ ਸਕਦੇ ਨੇ ਅਤੇ ਇੰਨੇ ਜਣੇ ਇਕੱਠੇ ਨਹੀਂ ਹੋ ਸਕਦੇ। 20-25 ਬੰਦਿਆਂ ਦਾ ਇਸ ਤਰ੍ਹਾਂ ਵਾ। ਔਰ ਫਿਰ ਉਹਦੇ ਵਿੱਚ ਵੀ ਹਦਾਇਤਾਂ ਨੇ ਕਿ ਵਿਰਲੇ ਹੋ ਕੇ ਬੈਠਣਾ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਜਗ੍ਹਾ ਦੀ ਕਮੀ ਹੈ। ਜਿੰਨੀ ਕੁ ਜਗ੍ਹਾ ਹੁੰਦੀ ਉਸ ਜਗ੍ਹਾ 'ਤੇ ਅਸੀਂ ਕਿੰਨੇ ਕੁ ਜਣੇ ਬੈਠ ਸਕਦੇ ਹਾਂ। ਔਰ ਸਰਕਾਰ ਨੇ ਜੋ ਹਦਾਇਤਾਂ ਦਿੱਤੀਆਂ ਨੇ ਕਿ ਮੂੰਹ ਢੱਕ ਕੇ ਬੈਠਣਾ ਔਰ ਦੂਰੀ 'ਤੇ ਬੈਠਣਾ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਵੱਲੋਂ ਨਿਯਮ ਬੰਨ੍ਹੇ ਗਏ ਨੇ, ਅਸੀਂ ਬੰਦਗੀ ਕਰਨ ਨੂੰ ਕਰ ਲਈਏ। ਔਰ ਸਾਡੇ 'ਚੋਂ ਕਈ ਭੈਣ ਭਾਈ ਨੇ ਜਿਹੜੇ ਬੜੇ ਕਾਹਲੀ 'ਚ ਵੀ ਨੇ ਕਿ ਫਟਾਫਟ ਬੰਦਗੀ ਹੋਣੀ ਚਾਹੀਦੀ ਹੈ। ਪਰ ਉਹਦੇ ਨਾਲ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਦੋਂ ਅਸੀਂ ਸੰਗਤ ਕਰਾਂਗੇ ਤਾਂ ਉਸ ਜਗ੍ਹਾ 'ਤੇ ਬੈਠਣ ਦੀ ਜਿੰਨੀ ਕੁ ਜਗ੍ਹਾ ਵਾ, ਅਸੀਂ ਉਹਨਾਂ ਚੀਜ਼ਾਂ ਦਾ ਪਾਲਣ ਨਹੀਂ ਕਰ ਸਕਦੇ, ਹੈ ਨਾ। ਸਾਰੇ ਇਕੱਠੇ ਹੋ ਕੇ ਬੈਠਣਗੇ, ਫਿਰ ਉਸ ਤੋਂ ਬਾਅਦ ਵੀ ਹੈ ਨਾ, ਮੈਨੂੰ ਨਹੀਂ ਲੱਗਦਾ ਵੀ ਕਿੰਨੇ ਜਣੇ ਮਾਸਕ ਪਾ ਕੇ ਆਉਣਗੇ ਜਾਂ ਮੂੰਹ ਢੱਕ ਕੇ ਬੈਠਣਗੇ। ਫਿਰ ਅਸੀਂ ਜੇ ਬੱਚੇ ਸਾਡੇ ਨਾਲ ਨੇ, ਹੈ ਨਾ, ਅਸੀਂ ਕਿਸ ਤਰ੍ਹਾਂ ਬੱਚਿਆਂ ਨੂੰ ਕੰਟਰੋਲ 'ਚ ਰੱਖਾਂਗੇ। ਸੋ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਪਾਲਣ ਕੀਤਾ ਜਾਣਾ ਜ਼ਰੂਰੀ ਹੈ, ਜੋ ਸਰਕਾਰ ਵੀ ਕਹਿੰਦੀ ਹੈ ਔਰ ਪਰਮੇਸ਼ਵਰ ਦਾ ਵਚਨ ਵੀ ਸਾਨੂੰ ਕਹਿੰਦਾ ਕਿ ਸਾਨੂੰ ਆਪਣੇ ਅਧਿਕਾਰੀਆਂ ਦੇ ਅਧੀਨ ਰਹਿਣਾ ਚਾਹੀਦਾ। ਹੁਣ ਰਹੀ ਗੱਲ ਜਿੱਥੋਂ ਤੱਕ ਦੂਜੇ ਕਰ ਰਹੇ ਨੇ ਜਾਂ ਨਹੀਂ ਕਰ ਰਹੇ, ਮੈਂ ਪਹਿਲਾਂ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਨਾ ਅਸੀਂ ਦੂਜਿਆਂ ਦੇ ਹਿਸਾਬ ਨਾਲ ਚੱਲੇ ਹਾਂ ਅਤੇ ਨਾ ਅਸੀਂ ਚੱਲਣਾ। ਕੋਈ ਜਿਸ ਤਰ੍ਹਾਂ ਵੀ ਕਰਦਾ ਉਹ ਜਾਣਨ ਅਤੇ ਪਰਮੇਸ਼ਵਰ ਜਾਣੇ ਅਤੇ ਸਰਕਾਰ ਜਾਣੇ। ਸੋ ਸਾਨੂੰ ਇਸ ਗੱਲ ਦੇ ਵਿੱਚ ਪਰੇਸ਼ਾਨੀ ਕੋਈ ਨਹੀਂ ਹੈ ਬੰਦਗੀ ਕਰਨ 'ਚ। ਪਰ ਕੀ ਅਸੀਂ ਇੰਨੇ ਪਾਲਣ ਕਰਨ ਵਾਲੇ ਹੈ ਕਿ ਅਸੀਂ ਮੂੰਹ ਬੰਨ੍ਹ ਕੇ ਬੈਠਾਂਗੇ ਔਰ ਹੈ ਨਾ, ਮੂੰਹ ਢੱਕ ਕੇ ਬੈਠਾਂਗੇ ਔਰ ਅਸੀਂ ਆਪਣੇ ਬੱਚਿਆਂ ਨੂੰ ਕੰਟਰੋਲ 'ਚ ਰੱਖਾਂਗੇ ਜਾਂ ਜਿਸ ਤਰ੍ਹਾਂ ਵੀ ਹੈ। ਸੋ ਬਹੁਤ ਸਾਰੀਆਂ ਗੱਲਾਂ ਨੇ। ਹੁਣ ਕਈ ਭੈਣ ਭਾਈ ਨੇ ਜਿਹੜੇ ਸੋਚਦੇ ਨੇ ਕਿ ਸ਼ਾਇਦ ਅਸੀਂ ਡਰਦੇ ਹਾਂ, ਇਸ ਕਰਕੇ ਬੰਦਗੀ ਨਹੀਂ ਕਰ ਰਹੇ। ਡਰ ਬੜੀ ਦੂਰ ਦੀ ਗੱਲ ਹੈ ਨਾ। ਪਰਮੇਸ਼ਵਰ 'ਤੇ ਅਸੀਂ ਵਿਸ਼ਵਾਸ ਕਰਦੇ ਹਾਂ। ਜੇ ਪਰਮੇਸ਼ਵਰ ਨੇ ਇੰਨੀਆਂ ਮੁਸੀਬਤਾਂ 'ਚ ਹੁਣ ਤੱਕ ਬਚਾ ਕੇ ਰੱਖਿਆ, ਅੱਗੇ ਵੀ ਬਚਾ ਕੇ ਰੱਖੇਗਾ। ਸਿਰਫ ਦੂਜਿਆਂ ਵੱਲ ਵੇਖ ਕੇ ਜੇ ਅਸੀਂ ਸੋਚਾਂਗੇ ਵੀ ਦੂਜੇ ਕਰਦੇ ਨੇ ਅਤੇ ਅਸੀਂ ਵੀ ਕਰਨੀ ਹੈ, ਸਮਝਦਾਰੀ ਨਹੀਂ, ਔਰ ਨਾ ਅਸੀਂ ਉਸ ਤਰ੍ਹਾਂ ਕਰਨਾ ਹੈ। ਮੈਂ ਸਿੱਧੀ ਸਾਫ਼ ਗੱਲ ਕਹਿੰਦਾ ਕਿ ਦੂਜਿਆਂ ਵਾਂਗ ਅਸੀਂ ਨਹੀਂ ਕਰਨਾ ਔਰ ਨਾ ਅਸੀਂ ਕਿਸੇ ਦੇ ਵੀ ਦਬਾਅ 'ਚ ਆ ਕੇ ਕਰਨਾ ਵੀ ਹਾਂ ਦੂਜੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋ, ਹੈ ਨਾ। ਉਹ ਸਾਡੀ ਆਪਣੇ ਜੋ ਪਰਮੇਸ਼ਵਰ ਨੇ ਸਮਝ ਦਿੱਤੀ ਹੈ ਉਹਦੇ ਹਿਸਾਬ ਨਾਲ ਅਸੀਂ ਚੱਲਣਾ। ਪਰਮੇਸ਼ਵਰ ਕੁਝ ਨਹੀਂ ਹੋਣ ਦਿੰਦਾ, ਇਹ ਵੀ ਸਾਨੂੰ ਪਤਾ ਹੈ। ਪਰ ਉਹਦੇ ਨਾਲ ਪਰਮੇਸ਼ਵਰ ਨੇ ਜਿਹੜਾ ਦਿਮਾਗ ਸਾਨੂੰ ਦਿੱਤਾ ਉਹ ਵਰਤਣ ਲਈ ਦਿੱਤਾ। ਔਰ ਜਿਹੜੇ ਵਚਨ ਉਹਨੇ ਦਿੱਤੇ ਨੇ, ਵਚਨਾਂ ਦੇ ਵਿੱਚ ਵੀ ਉਹਨੇ ਇਸ ਗੱਲ ਨੂੰ ਕਿਹਾ ਕਿ ਜਿਹੜੇ ਸਾਡੇ ਅਧਿਕਾਰੀ ਨੇ, ਜਿਹੜੇ ਸਾਡੀਆਂ ਸਰਕਾਰਾਂ ਨੇ, ਉਹ ਪਰਮੇਸ਼ਵਰ ਨੇ ਠਹਿਰਾਈਆਂ, ਉਹਨਾਂ ਦਾ ਹੁਕਮ ਮੰਨਣਾ ਵੀ ਸਾਡਾ ਫਰਜ਼ ਹੈ। ਸੋ ਇਸ ਕਰਕੇ ਕੁਝ ਵਿਚਾਰ ਅਸੀਂ ਜ਼ਰੂਰ ਕਰ ਰਹੇ ਕਿ ਕਿਸੇ ਹੋਰ ਤਰੀਕੇ ਨਾਲ ਅਸੀਂ ਬੰਦਗੀ ਦਾ ਪ੍ਰਬੰਧ ਕਰੀਏ, ਜਿੱਥੇ ਅਸੀਂ ਸਾਰੇ ਜਣੇ ਇਕੱਠੇ ਨਾ ਹੋਈਏ, ਵਾਰੀ ਜਾਂ ਜਗ੍ਹਾ ਕੀਤਾ ਜਾਏ। ਉਹ ਪਰਮੇਸ਼ਵਰ ਦੇ ਅੱਗੇ ਅਸੀਂ ਗੱਲ ਰੱਖ ਰਹੇ ਹਾਂ ਪ੍ਰਾਰਥਨਾ ਦੇ ਵਿੱਚ। ਜਿਸ ਤਰ੍ਹਾਂ ਪਰਮੇਸ਼ਵਰ ਅਗਵਾਈ ਕਰੇਗਾ ਅਸੀਂ ਉਸ ਤਰੀਕੇ ਨਾਲ ਕਰਾਂਗੇ। ਪਰ ਅਜੇ ਫਿਲਹਾਲ ਅਸੀਂ ਸੰਗਤ ਸ਼ੁਰੂ ਨਹੀਂ ਕਰ ਸਕਦੇ ਜਿਹੜੀ ਐਤਵਾਰ ਦੀ ਹੈ। ਔਰ ਉਹਦੇ ਬਾਰੇ ਹੈ ਨਾ, ਕੋਈ ਵੀ ਜੇ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਜਾਂ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਸਾਡੇ ਨਾਲ ਕਰ ਸਕਦੇ ਜੇ। ਪਰ ਅਸੀਂ ਕਿਸੇ ਵੱਲ ਵੀ ਵੇਖ ਕੇ ਕੋਈ ਕਰ ਰਹੇ ਆ ਜਾਂ ਨਹੀਂ ਕਰ ਰਹੇ, ਅਸੀਂ ਉਸ ਗੱਲ ਨੂੰ ਅਜੇ ਲੋਕਾਂ ਵੱਲੋਂ ਵੇਖ ਕੇ ਅਸੀਂ ਉਹ ਸ਼ੁਰੂ ਨਹੀਂ ਕਰਨਾ। ਔਰ ਜਿੱਥੋਂ ਤੱਕ ਸੰਗਤੀ ਦੀ ਗੱਲ ਹੈ, ਉਹ ਅਸੀਂ ਜ਼ਰੂਰ ਸੋਚ ਰਹੇ ਹਾਂ ਕਿ ਅਸੀਂ ਜਗ੍ਹਾ ਭਾਵੇਂ ਹਫ਼ਤੇ 'ਚ ਇੱਕ ਵਾਰੀ ਕਿਸੇ ਹੋਰ ਦਿਨ ਸੰਗਤ ਜ਼ਰੂਰ ਕਰਾਂਗੇ, ਜਿੱਥੇ ਸਾਰੇ ਜਣੇ ਇੱਕ ਜਗ੍ਹਾ ਇਕੱਠੇ ਨਾ ਹੋਣ, ਹੈ ਨਾ। ਸੋ ਇਸ ਕਰਕੇ ਆਪਣੇ ਮਨਾਂ 'ਚ ਇਸ ਗੱਲ ਨੂੰ ਤੁਸੀਂ ਸੋਚ ਸਮਝ ਲਈਏ। ਇੱਧਰ ਉੱਧਰ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿ ਅਸੀਂ ਸੰਗਤ ਨਹੀਂ ਕਰ ਰਹੇ, ਕਿਉਂ ਨਹੀਂ ਹੋ ਰਹੀ, ਕਿਉਂ ਨਹੀਂ ਕਰਨੀ। ਬਹੁਤ ਸਾਰੀਆਂ ਵਜ੍ਹਾ ਨੇ। ਔਰ ਅਸੀਂ ਜਦੋਂ ਸਹੀ ਸਮਾਂ ਆਏਗਾ, ਜਦੋਂ ਪਰਮੇਸ਼ਵਰ ਹੈ ਨਾ ਸਭ ਕੁਝ ਸਾਨੂੰ ਅਗਵਾਈ ਕਰੇਗਾ ਕਿ ਹਾਂ ਹੁਣ ਸਹੀ ਸਮਾਂ, ਉਦੋਂ ਅਸੀਂ ਸੰਗਤ ਸ਼ੁਰੂ ਕਰਾਂਗੇ। ਪਰ ਫਿਲਹਾਲ ਅਜੇ ਸਾਡਾ ਕੋਈ ਐਸਾ ਨਾ ਅਸੀਂ ਦੂਜਿਆਂ ਵੱਲ ਵੇਖ ਕੇ ਕਰਨਾ ਨਹੀਂ ਹੈ, ਨਾ ਹੀ ਸਾਡੇ ਮਨ ਦੇ ਵਿੱਚ ਕੋਈ ਐਸਾ ਵਿਚਾਰ ਹੈ। ਸੰਗਤ ਲਈ ਜ਼ਰੂਰ ਹੈ ਕਿ ਅਸੀਂ ਸੰਗਤ ਜਗ੍ਹਾ ਥੋੜ੍ਹੇ ਭੈਣ ਭਾਈ ਇਕੱਠੇ ਹੋ ਕੇ ਕਰੀਏ। ਸੋ ਕਈ ਤਰ੍ਹਾਂ ਦੀ ਗੱਲ ਹੈ, ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ 'ਚ ਰੱਖੀ ਹੈ। ਜਿਸ ਤਰ੍ਹਾਂ ਵੀ ਪਰਮੇਸ਼ਵਰ ਅਗਵਾਈ ਕਰੇਗਾ, ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਸਾਡੀ ਅਗਵਾਈ ਕਰੇ। ਉਹਦੇ ਨਾਲ ਭਵਨ ਬਾਰੇ, ਜੋ ਜਗ੍ਹਾ ਬਾਰੇ ਗੱਲ ਚੱਲ ਰਹੀ ਹੈ ਕਿ ਚਰਚ ਵਾਸਤੇ ਜਗ੍ਹਾ, ਉਹ ਵੀ ਗੱਲ ਚੱਲ ਰਹੀ ਹੈ ਸਾਈਡ 'ਤੇ। ਔਰ
ਜਿਸ ਤਰ੍ਹਾਂ ਵੀ ਸਾਡੀ ਗੱਲ ਹੁੰਦੀ ਹੈ, ਜੋ ਵੀ ਅੱਗੇ ਪਰਮੇਸ਼ਵਰ ਅਗਵਾਈ ਕਰਦਾ ਉਹਦੇ ਅਨੁਸਾਰ ਅਸੀਂ ਕਰਾਂਗੇ। ਸੋ ਇਸ ਕਰਕੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਮੈਂ ਤੁਹਾਨੂੰ ਦੇ ਰਿਹਾ। ਕਈ ਵਾਰੀ ਮਨ 'ਚ ਹੁੰਦਾ, ਕਈ ਇੱਧਰ ਉੱਧਰ ਅਸੀਂ ਗੱਲਾਂ ਕਰਦੇ ਹਾਂ, ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਕਿ ਸਾਡਾ ਇਸ ਤਰ੍ਹਾਂ, ਸਾਡੇ ਹਾਲਾਤ ਇਸ ਤਰ੍ਹਾਂ ਨੇ, ਸਾਡਾ ਸੰਗਤ ਨਹੀਂ ਹੁੰਦੀ, ਸਾਡੇ ਕੋਈ ਚਰਚ ਨਹੀਂ ਹੈਗਾ, ਕਈ ਚੀਜ਼ਾਂ ਨੇ। ਉਹਦੇ ਨਾਲੋਂ ਜ਼ਿਆਦਾ ਸਭ ਤੋਂ ਵਧੀਆ ਗੱਲ ਹੈ ਪਰਮੇਸ਼ਵਰ ਦੇ ਸਾਹਮਣੇ ਰੱਖੀਏ, ਔਰ ਦੂਸਰਾ ਜੇ ਮਨ 'ਚ ਸਵਾਲ ਹੈ ਤਾਂ ਸਾਡੇ ਨਾਲ ਗੱਲ ਕਰੀਏ, ਜੋ ਅਸੀਂ ਤੁਹਾਨੂੰ ਜਵਾਬ ਸਹੀ ਦੇ ਸਕਦੇ ਹਾਂ। ਸੋ ਸੰਗਤ ਬਾਰੇ ਇੱਕ ਗੱਲ ਕਲੀਅਰ ਹੈ ਕਿ ਜੇ ਅਸੀਂ ਫਿਲਹਾਲ ਨਹੀਂ ਕਰਾਂਗੇ, ਔਰ ਜਿੱਥੋਂ ਤੱਕ ਐਤਵਾਰ ਦੀ ਸੰਗਤ ਦੀ ਗੱਲ ਹੈ ਉਹ ਅਸੀਂ ਅਜੇ ਨਹੀਂ ਕਰਾਂਗੇ। ਬਾਕੀ ਜਿਹੜੀ ਵਿੱਚ ਸੋਚ ਰਹੇ ਕਿ ਅਸੀਂ ਜਗ੍ਹਾ ਜਗ੍ਹਾ ਜਿਸ ਤਰ੍ਹਾਂ ਵੀ ਪਰਮੇਸ਼ਵਰ ਮੌਕਾ ਦੇ, ਥੋੜ੍ਹੇ ਥੋੜ੍ਹੇ ਲੋਕ ਅਸੀਂ ਇਕੱਠੇ ਹੋ ਕੇ ਸੰਗਤ ਸ਼ੁਰੂ ਕਰ ਸਕੀਏ, ਉਹ ਅਸੀਂ ਪਰਮੇਸ਼ਵਰ ਅੱਗੇ ਜ਼ਰੂਰ ਰੱਖੀਏ ਗੱਲ, ਔਰ ਆਉਣ ਵਾਲੇ ਹਫਤੇ ਦੇ ਵਿੱਚ ਅਸੀਂ ਕੁਝ ਨਾ ਕੁਝ ਫੈਸਲਾ ਇਸ ਬਾਰੇ ਜ਼ਰੂਰ ਕਰਾਂਗੇ ਕਿ ਸੰਗਤ ਕਰ ਸਕੀਏ। ਔਰ ਉਹ ਵੀ ਜੇ ਪਰਮੇਸ਼ਵਰ ਵੱਲੋਂ ਸਾਡੀ ਪਰਮੇਸ਼ਵਰ ਵੱਲੋਂ ਅਗਵਾਈ ਹੋਏਗੀ ਔਰ ਸਾਨੂੰ ਲੱਗੇਗਾ ਕਿ ਸੇਫ ਹੈ, ਸਹੀ ਹੈ, ਔਰ ਹੈ ਨਾ, ਅਸੀਂ ਵੀ ਨਿਯਮਾਂ ਅਨੁਸਾਰ ਕਰ ਸਕਾਂਗੇ, ਅਤੇ ਉਹ ਬਹੁਤ ਵਧੀਆ ਗੱਲ ਹੈ, ਫਿਰ ਹੀ ਅਸੀਂ ਕਰਾਂਗੇ। ਪਰ ਮੈਂ ਸ਼ਬਦ ਵਰਤਾਂਗਾ, ਚੰਗਾ ਨਹੀਂ ਲੱਗੇਗਾ, ਪਰ ਬੇਸਮਝਾ ਔਰ ਮੂਰਖਾਂ ਵਾਂਗ ਅਸੀਂ ਨਹੀਂ ਕਰਨਾ ਕਿ ਉਸੇ ਤਰ੍ਹਾਂ ਇਕੱਠੇ ਹੋ ਕੇ ਝੁੰਡ ਬਣਾ ਕੇ ਅਤੇ ਬੈਠ ਜਾਈਏ। ਹਾਲਾਤ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ, ਜੋ ਸਮਝ ਪਰਮੇਸ਼ਵਰ ਨੇ ਦਿੱਤੀ ਹੈ ਉਹਦਾ ਵੀ ਇਸਤੇਮਾਲ ਕਰਨਾ ਜ਼ਰੂਰੀ ਹੈ। ਸੋ ਇਸ ਕਰਕੇ ਮੈਂ ਬਾਰ-ਬਾਰ ਇਹ ਗੱਲ ਕਹਿਣਾ ਨਾ, ਪਰਮੇਸ਼ਵਰ ਸਾਡੇ ਤੋਂ ਦੂਰ ਨਹੀਂ ਹੈ। ਸੰਗਤ ਦੀ ਕਮੀ ਸਾਨੂੰ ਵੀ ਮਹਿਸੂਸ ਹੁੰਦੀ ਹੈ, ਤੁਹਾਨੂੰ ਵੀ ਕਮੀ ਮਹਿਸੂਸ ਹੁੰਦੀ ਹੈ। ਭੈਣਾਂ ਭਾਈਆਂ ਨੂੰ ਇਸ ਵੇਲੇ ਮੈਂ ਖਾਸ ਕਰਕੇ ਵੇਖਦਾ ਕਿ ਬੜੇ ਭੈਣਾਂ ਭਾਈਆਂ ਨੂੰ ਕਿ ਅਸੀਂ ਇੱਕ ਦੂਜੇ ਨੂੰ ਮਿਲਣਾ ਸੀ, ਅਸੀਂ ਮਿਲ ਨਹੀਂ ਪਾਉਂਦੇ। ਮੈਂ ਇਸ ਗੱਲ ਤੋਂ ਹੈਰਾਨ ਵੀ ਹੁੰਦਾ ਕਿ ਜਦੋਂ ਅਸੀਂ ਮਿਲਦੇ ਹਾਂ ਉਦੋਂ ਤਾਂ ਅਸੀਂ ਕਦੀ ਕਿਸੇ ਨੂੰ ਬੈਠ ਕੇ ਕਿਸੇ ਦਾ ਹਾਲ ਚਾਲ ਨਹੀਂ ਪੁੱਛਦੇ, ਫਟਾਫਟ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਾਂ। ਹੁਣ ਸਾਨੂੰ ਲੱਗ ਰਿਹਾ ਕਿ ਅਸੀਂ ਸੰਗਤ ਨਹੀਂ ਕਰ ਰਹੇ, ਹੈ ਨਾ, ਇੱਕ ਦੂਜੇ ਨੂੰ ਮਿਲ ਨਹੀਂ ਰਹੇ। ਹੁਣ ਸਾਨੂੰ ਇੱਕ ਦੂਜੇ ਦੀ ਬੜੀ ਚਿੰਤਾ ਹੈ। ਇਹ ਇੰਨੀ ਚਿੰਤਾ ਹੈ ਕਿ ਅਸੀਂ ਇੱਕ ਦੂਜੇ ਚਿੰਤਾ ਕਰਦੇ ਹਾਂ, ਅਤੇ ਸਾਡੇ 'ਚੋਂ ਕਿੰਨੇ ਜਣੇ ਨੇ ਜਿਹੜੇ ਹੈ ਨਾ ਇੱਕ ਦੂਜੇ ਦੇ ਭੈਣ ਭਾਈ ਨੂੰ ਫੋਨ ਕਰਦੇ ਨੇ, ਹੈ ਨਾ, ਕਿ ਸਿਰਫ ਇੱਕ ਦੋ ਭੈਣਾਂ ਭਾਈਆਂ ਦੀ ਨਹੀਂ ਮੈਂ ਗੱਲ ਕਰ ਰਿਹਾ, ਕਿ ਜਿਨ੍ਹਾਂ ਨੂੰ ਤੁਸੀਂ ਜਾਣਦੇ ਜੇ, ਜਿਨ੍ਹਾਂ ਦੇ ਨਾਲ ਤੁਹਾਡੇ ਸੰਬੰਧ ਨੇ ਆਪਸੀ, ਹੈ ਨਾ, ਉਹ ਨਹੀਂ, ਬਾਕੀ ਵੀ ਕਲੀਸਿਆ 'ਚ ਹੋਰ ਬਹੁਤ ਸਾਰੇ ਭੈਣ ਭਾਈ ਨੇ, ਕਿੰਨਿਆਂ ਵੱਲ ਜਾ ਕੇ ਪਤਾ ਲਿਆ। ਸੋ ਇਸ ਕਰਕੇ ਸਿਰਫ ਬਹਾਨਾ ਅਸੀਂ ਨਹੀਂ ਬਣਾ ਸਕਦੇ ਕਿ ਹਾਂ ਸੰਗਤ ਇਸ ਕਰਕੇ ਨਹੀਂ ਹੋਈ, ਸਾਡਾ ਬੜੀ ਤਾਂਘ ਹੈ ਇੱਕ ਦੂਜੇ ਨੂੰ ਮਿਲਣ ਦੀ। ਐਸੀ ਤਾਂਘ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਉਦੋਂ ਵੀ ਦਿਖਾਈ ਦੇਣੀ ਚਾਹੀਦੀ। ਸੋ ਇਸ ਕਰਕੇ ਇਸ ਗੱਲ ਨੂੰ ਆਪਣੇ ਦਿਲ ਦਿਮਾਗ 'ਚ ਰੱਖੀਏ, ਭੈਣਾਂ ਭਾਈਆਂ ਲਈ ਪ੍ਰਾਰਥਨਾ ਕਰੀਏ, ਔਰ ਜੇ ਜਾ ਕੇ ਮਿਲ ਸਕਦੇ ਜੇ ਕੋਈ ਇੱਕ ਅੱਧਾ ਜਾਣਾ, ਜਾ ਕੇ ਇੱਕ ਦੂਜੇ ਨੂੰ ਮਿਲਦੇ ਰਹੀਏ, ਹਾਲ ਚਾਲ ਪੁੱਛਦੇ ਰਹੀਏ, ਔਰ ਉਸ ਦੇ ਨਾਲ ਨਾਲ ਪ੍ਰਾਰਥਨਾ ਤਾਂ ਜ਼ਰੂਰ ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕਰਦੇ ਜੇ, ਅਸੀਂ ਸਾਰੇ ਇੱਕ ਦੂਜੇ ਲਈ ਪ੍ਰਾਰਥਨਾ ਵੀ ਕਰਦੇ ਰਹੀਏ। ਪਰਮੇਸ਼ਵਰ ਸਾਡੀ ਮਦਦ ਕਰੇਗਾ, ਔਰ ਸਹੀ ਸਮਾਂ ਆਉਣ 'ਤੇ, ਔਰ ਜਲਦੀ ਆਏਗਾ ਜਦੋਂ ਅਸੀਂ ਦੁਬਾਰਾ ਸੰਗਤ ਪਰਮੇਸ਼ਵਰ ਦੇ ਚਰਨਾਂ 'ਚ ਬੈਠ ਕੇ ਕਰ ਸਕਾਂਗੇ, ਆਪਸ ਦੇ ਵਿੱਚ ਸੰਗਤੀ ਕਰ ਸਕਾਂਗੇ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਮਝਦਾਰੀ ਤੋਂ ਕੰਮ ਲਈਏ, ਕਿਸੇ ਦੀਆਂ ਗੱਲਾਂ 'ਚ ਆਉਣ ਦੀ ਜ਼ਰੂਰਤ ਨਹੀਂ ਹੈ ਨਾ। ਪਰਮੇਸ਼ਵਰ ਸਾਰੇ ਕੰਮ ਠੀਕ ਕਰੇਗਾ, ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹੈ ਨਾ, ਪਰਮੇਸ਼ਵਰ ਸਾਡੇ ਨਾਲ ਹੈ, ਜਿੱਥੇ ਵੀ ਅਸੀਂ ਰਹਿੰਦੇ ਹਾਂ, ਜਿੱਥੇ ਵੀ ਅਸੀਂ ਹੈ ਨਾ ਇਕੱਠੇ ਹੁੰਦੇ ਹਾਂ, ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਉਹ ਸਾਡੇ ਨਾਲ। ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੀਏ। ਮੈਂ ਕੁਝ ਸਵਾਲ ਜਿਹੜੇ ਸੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਮੈਨੂੰ ਲੱਗਦਾ ਸੀ ਕਿ ਬਾਰ-ਬਾਰ ਗੱਲ ਸਾਹਮਣੇ ਆਉਂਦੀ ਹੈ। ਸੋ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖੀਏ। ਔਰ ਦੂਸਰੀ ਗੱਲ, ਇੱਕ ਜੋ ਡਾਕਟਰਾਂ ਵੱਲੋਂ ਔਰ ਜੋ ਸਮਝ ਆ ਰਿਹਾ ਹੁਣ ਤੱਕ, ਜੋ ਗੱਲਬਾਤ ਹੈ, ਉਹ ਇਹ ਹੈ ਕਿ ਜਿਹੜਾ ਇਹ ਕਰੋਨਾ ਦੀ ਬਿਮਾਰੀ ਹੈ, ਮੈਂ ਜਾਣਦਾ ਕਈ ਲੋਕ ਨੇ ਜਿਹੜੇ ਵਿਸ਼ਵਾਸ ਨਹੀਂ ਕਰਦੇ, ਕਈ ਸੋਚਦੇ ਐਵੇਂ ਫਾਲਤੂ ਗੱਲਾਂ ਨੇ, ਕਈ ਕੁਝ ਹੈ, ਪਰ ਫਿਰ ਵੀ ਸਾਵਧਾਨੀ ਵਰਤਣ 'ਚ ਕੋਈ ਬੁਰਾਈ ਨਹੀਂ ਹੈ। ਔਰ ਡਾਕਟਰਾਂ ਵੱਲੋਂ ਔਰ ਹੋਰ ਵੀ ਜਿਹੜੇ ਵੀ ਇਹਨਾਂ ਚੀਜ਼ਾਂ ਨੂੰ ਹੈਂਡਲ ਕਰ ਰਹੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਅਗਸਤ, ਸਤੰਬਰ, ਅਕਤੂਬਰ ਜਿਹੜੇ 3-4 ਮਹੀਨੇ ਨੇ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿਰ ਹੈ ਇਸ ਬਿਮਾਰੀ ਦਾ, ਉਹ ਵੇਖਣ ਨੂੰ ਮਿਲੇਗਾ। ਔਰ ਜੇ ਤੁਸੀਂ ਖਬਰਾਂ ਵੇਖਦੇ ਜੇ, ਤੁਹਾਨੂੰ ਪਤਾ ਹੈ ਕਿ ਹੌਲੀ ਹੌਲੀ ਜਿਹੜਾ ਇਹ ਫੈਲ ਰਿਹਾ, ਉਹ ਪਿੰਡਾਂ ਵੱਲ ਨੂੰ, ਪਹਿਲਾਂ ਸ਼ਹਿਰ ਦੇ ਵਿੱਚ ਸੀ, ਹੁਣ ਪਿੰਡਾਂ ਵੱਲ ਨੂੰ ਹੈ। ਅਜਨਾਲਾ, ਕੱਲ੍ਹ ਦੀ ਅਸੀਂ ਖਬਰ ਸੁਣ ਰਹੇ ਸੀ, ਭੱਖਿਆਂ ਤੋਂ 2 ਮਰੀਜ਼ ਸਾਹਮਣੇ ਆਏ ਨੇ। ਸੋ ਇਹ ਪਿੰਡਾਂ ਵੱਲ ਨੂੰ ਵੱਧ ਰਿਹਾ। ਸੋ ਐਸੇ ਸਮੇਂ 'ਤੇ ਸਾਵਧਾਨੀ ਹੋਰ ਜ਼ਿਆਦਾ ਸਾਡੇ ਲਈ ਜ਼ਰੂਰੀ ਹੋ ਜਾਂਦੀ ਹੈ। ਮੈਂ ਸਿਰਫ ਸੰਗਤ ਦੀ ਗੱਲ ਨਹੀਂ ਕਰ ਰਿਹਾ, ਆਪਣੀ ਵੀ ਸਾਵਧਾਨੀ ਜ਼ਰੂਰੀ ਹੈ। ਬਿਨਾਂ ਲੋੜ ਤੋਂ ਇੱਧਰ ਉੱਧਰ ਜਾਣਾ ਆਉਣਾ ਇਹਨਾਂ ਦਿਨਾਂ 'ਚ ਖਾਸ ਕਰਕੇ ਸਾਵਧਾਨੀ ਦੀ ਜ਼ਰੂਰਤ ਹੈ। ਸੋ ਅਗਸਤ, ਸਤੰਬਰ, ਅਕਤੂਬਰ ਜਿਹੜੇ 3 ਮਹੀਨੇ ਨੇ, ਉਹ ਸਰਕਾਰ ਵੱਲੋਂ ਔਰ ਡਾਕਟਰਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਕਾਫੀ ਜਿਹੜੇ ਨੇ ਇਹਨਾਂ ਦਿਨਾਂ 'ਚ ਮਾਮਲੇ ਸਾਹਮਣੇ ਆਉਣਗੇ। ਔਰ ਹੁਣ ਵੀ ਵੇਖਣ ਨੂੰ ਮਿਲਦਾ ਕਿ ਇੱਕ ਦਿਨ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ 45-50 ਇੱਥੋਂ ਤੱਕ ਮਾਮਲੇ ਆ ਰਹੇ, ਜਲੰਧਰ ਦੇ ਵਿੱਚ 73। ਸੋ ਕਹਿਣ ਦਾ ਭਾਵ ਕਿ ਡਰਾਉਣ ਲਈ ਨਹੀਂ ਹੈ, ਪਰ ਇਹ ਵੱਧ ਰਿਹਾ ਮਸਲਾ ਜਿਹੜਾ। ਸੋ ਨਾ ਡਰਨ ਦੀ ਲੋੜ ਹੈ, ਨਾ ਕਿਸੇ ਨੂੰ ਡਰਾਉਣ ਦੀ ਲੋੜ ਹੈ, ਪਰ
ਪਰਮੇਸ਼ਵਰ ਨੇ ਜੋ ਬੁੱਧ ਦਿੱਤੀ ਆ ਉਹਦਾ ਇਸਤੇਮਾਲ ਕਰਨ ਦੀ ਲੋੜ ਹੈ। ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਕਿ ਬਈ ਹਾਂ ਨਹੀਂ ਕੁਝ ਨਹੀਂ ਹੈਗਾ, ਸਰਕਾਰ ਐਵੇਂ ਝੂਠ ਬੋਲਦੀ ਹੈ ਅਤੇ ਲੋਕ ਝੂਠ ਬੋਲਦੇ ਆ, ਕੋਈ ਬਿਮਾਰੀ ਨਹੀਂ, ਤੁਹਾਨੂੰ ਤੁਹਾਡੀ ਸੋਚ ਜਿਹੜੀ ਉਹ ਤੁਹਾਨੂੰ ਮੁਬਾਰਕ ਹੋਵੇ। ਦੂਜਿਆਂ 'ਤੇ ਉਸ ਚੀਜ਼ ਨੂੰ ਅਸੀਂ ਨਹੀਂ ਥੋਪ ਸਕਦੇ ਕਿ ਹਾਂ ਤੁਸੀਂ ਵੀ ਇੰਝ ਕਰੋ ਵੀ ਕੋਈ ਗੱਲ ਨਹੀਂ ਆ, ਤੁਸੀਂ ਵੀ ਹੈ ਨਾ ਹੋ ਜਾਓ ਇਕੱਠੇ ਸੰਗਤ ਕਰੋ ਅਤੇ ਤੁਸੀਂ ਵੀ ਜਾਓ ਆਓ, ਅਤੇ ਉਹ ਜਿਸ ਤਰ੍ਹਾਂ ਤੁਸੀਂ ਸੋਚਦੇ ਜੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਤੁਹਾਡੀ ਆਪਣੀ ਸੋਚ ਹੈ। ਪਰ ਦੂਜਿਆਂ 'ਤੇ ਉਸ ਚੀਜ਼ ਨੂੰ ਥੋਪਣ ਦੀ ਜ਼ਰੂਰਤ ਨਹੀਂ ਹੈ ਕਿ ਹਾਂ ਤੁਸੀਂ ਸ਼ਦਾਈ ਜੇ ਜਿਹੜੇ ਹੈ ਨਾ ਮੂੰਹ 'ਤੇ ਮਾਸਕ ਲਾ ਕੇ ਘੁੰਮਦੇ ਜੇ ਅਤੇ ਤੁਸੀਂ ਇਕੱਠੇ ਨਹੀਂ ਹੁੰਦੇ ਅਤੇ ਸੰਗਤ ਨਹੀਂ ਕਰਦੇ ਅਤੇ ਤੁਸੀਂ ਤੁਹਾਡਾ ਇਸ ਤਰ੍ਹਾਂ ਪਰਮੇਸ਼ਵਰ ਉਹਨਾਂ ਨੂੰ ਬਰਕਤ ਦੇਵੇ ਜਿਹੜੇ ਇਸ ਤਰ੍ਹਾਂ ਕਹਿੰਦੇ ਨੇ। ਸੋ ਆਪੋ ਆਪਣੀ ਪਰਮੇਸ਼ਵਰ ਨੇ ਜੋ ਬੁੱਧ ਦਿੱਤੀ ਹੈ ਉਹਦਾ ਜ਼ਰੂਰ ਇਸਤੇਮਾਲ ਕਰੀਏ ਔਰ ਇਹਨਾਂ ਦਿਨਾਂ 'ਚ ਖਾਸ ਕਰਕੇ ਸਾਵਧਾਨੀ ਵਰਤੀਏ। ਸੋ ਅੱਜ ਦਾ ਦਿਨ ਹੈ ਸਾਡਾ ਐਤਵਾਰ ਦਾ, ਕੁਝ ਖਾਸ ਗੱਲਾਂ ਸੀ ਜਿਹੜੀਆਂ ਜ਼ਰੂਰੀ ਸੀ ਕਰਨੀਆਂ ਤੁਹਾਡੇ ਨਾਲ, ਔਰ ਮੈਂ ਸੋਚਿਆ ਕਿ ਸਾਰਿਆਂ ਦੇ ਮਨ 'ਚ ਸਵਾਲ ਹੋਏਗਾ, ਹੁੰਦਾ ਹੀ ਹੈ ਕਿਉਂਕਿ ਕਾਫੀ ਜਿਹੜੇ ਚਰਚ ਨੇ ਉਹ ਖੁੱਲ੍ਹ ਰਹੇ ਨੇ ਔਰ ਸ਼ਹਿਰਾਂ ਦੇ ਵਿੱਚ, ਔਰ ਖਾਸ ਕਰਕੇ ਔਰ ਉਹਦੇ ਨਾਲ ਇਹ ਵੀ ਹੈ ਕਿ ਸਰਕਾਰ ਖਾਸ ਕਰਕੇ ਉਹਨਾਂ ਚਰਚ ਜਿਹੜੇ ਨੇ ਉਹਨਾਂ ਨੂੰ ਸਰਕਾਰ ਨੇ ਖੋਲ੍ਹਣ ਦੀ ਆਗਿਆ ਦਿੱਤੀ ਹੈ ਜਿਹੜੇ ਪਹਿਲੀ ਗੱਲ ਜਿਨ੍ਹਾਂ ਕੋਲ ਆਪਣੀਆਂ ਬਿਲਡਿੰਗਾਂ ਨੇ, ਜਿਨ੍ਹਾਂ ਕੋਲ ਜਿਹੜੇ ਰਜਿਸਟਰਡ ਨੇ, ਔਰ ਪਿੰਡਾਂ ਦੇ ਵਿੱਚ ਤਾਂ ਕੋਈ ਐਸੀ ਗੱਲ ਨਹੀਂ ਹੈ, ਜਿੱਥੇ ਵੀ ਸੰਗਤ ਲੋਕ ਕਰਦੇ ਨੇ ਕਰ ਸਕਦੇ ਨੇ, ਪਰ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਕਿ ਵੱਡੇ ਚਰਚ ਜਿਹੜੇ ਨੇ ਉਹਨਾਂ ਲਈ ਪਰਮੇਸ਼ਵਰ ਨੇ ਆਗਿਆ ਦਿੱਤੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖੀਏ। ਮੈਂ ਬਾਰ-ਬਾਰ ਇਹ ਗੱਲ ਕਹਿੰਦਾ, ਨਾ ਅਸੀਂ ਕਿਸੇ ਦੇ ਦਬਾਅ 'ਚ ਆ ਕੇ ਪਹਿਲਾਂ ਕੁਝ ਕੀਤਾ ਅਤੇ ਨਾ ਅਸੀਂ ਕਿਸੇ ਦੇ ਦਬਾਅ 'ਚ ਆ ਕੇ ਹੁਣ ਕਰਨਾ। ਉਹ ਭਾਵੇਂ ਦਬਾਅ ਸੰਗਤ ਦਾ ਦਬਾਅ ਜਿਹੜਾ ਵੀ ਸੰਗਤ ਕਰੀਏ ਭਾਵੇਂ ਸਾਡੇ ਆਪਣਿਆਂ ਵੱਲੋਂ ਹੋਵੇ ਅਤੇ ਭਾਵੇਂ ਬਾਹਰ ਦਿਆਂ ਵੱਲੋਂ ਹੋਵੇ, ਦਬਾਅ 'ਚ ਆ ਕੇ ਕੁਝ ਨਹੀਂ ਕਰਨਾ। ਜੋ ਪਰਮੇਸ਼ਵਰ ਨੇ ਹੈ ਨਾ ਜਿਸ ਤਰ੍ਹਾਂ ਪਰਮੇਸ਼ਵਰ ਅਗਵਾਈ ਕਰੇਗਾ ਉਸ ਤਰੀਕੇ ਨਾਲ ਅਸੀਂ ਅੱਗੇ ਫੈਸਲਾ ਲਵਾਂਗੇ ਔਰ ਉਸ ਹਿਸਾਬ ਨਾਲ ਅਸੀਂ ਕਰਾਂਗੇ। ਸੋ ਅੱਜ ਦਾ ਦਿਨ ਹੈ, ਪਰਮੇਸ਼ਵਰ ਦਾ ਧੰਨਵਾਦ ਹੈ। ਅੱਜ ਅਸੀਂ ਐਤਵਾਰ ਦੇ ਦਿਨ ਪਰਮੇਸ਼ਵਰ ਦੇ ਵਚਨ 'ਤੇ ਵਿਚਾਰ ਕਰਦੇ ਹਾਂ ਔਰ ਪਰਮੇਸ਼ਵਰ ਦੇ ਵਚਨ 'ਤੇ ਵਿਚਾਰ ਕਰਾਂਗੇ। ਅਸੀਂ ਵੇਖਾਂਗੇ ਕੂਚ ਦੀ ਕਿਤਾਬ ਔਰ ਉਹਦਾ 15 ਅਧਿਆਇ ਉਹਦੀ 26 ਆਇਤ ਅਸੀਂ ਪ੍ਰਾਰਥਨਾ ਕਰਾਂਗੇ, ਔਰ ਉਸ ਤੋਂ ਬਾਅਦ ਕੂਚ ਦੀ ਕਿਤਾਬ 15 ਅਧਿਆਇ ਔਰ ਉਹਦੀ 26 ਆਇਤ 'ਤੇ ਵਿਚਾਰ ਕਰਾਂਗੇ। ਆਈਏ ਪ੍ਰਾਰਥਨਾ ਕਰਾਂਗੇ। ਪ੍ਰਭੂ ਜੀ, ਆਪ ਦਾ ਧੰਨਵਾਦ ਸ਼ੁਕਰ ਕਰਦੇ ਸੁੰਦਰ ਸਮੇਂ ਲਈ, ਆਪ ਦੇ ਪਵਿੱਤਰ ਨਾਮ ਦੀ ਵਡਿਆਈ ਕਰਦੇ ਹਾਂ। ਖੁਦਾਵੰਦਾ, ਆਪ ਸਾਡੇ ਦਇਆ ਦੇ ਧਨੀ ਪਰਮੇਸ਼ਵਰ ਜੀ, ਸਾਡੇ ਮਾਲਕ ਜੀ, ਖਾਲਕ ਜੀ, ਪਿਆਰੇ ਪਰਮੇਸ਼ਵਰ ਪਿਤਾ, ਆਪ ਦੇ ਪਵਿੱਤਰ ਨਾਮ ਨੂੰ ਉੱਚਾ ਕਰਦੇ ਹਾਂ ਪਿਆਰੇ ਪਰਮੇਸ਼ਵਰ ਪਿਤਾ, ਔਰ ਆਪ ਦੇ ਚਰਨਾਂ 'ਚ ਮਹਾਨ ਪਰਮੇਸ਼ਵਰ ਇਹ ਪ੍ਰਾਰਥਨਾ ਹੈ ਪਿਆਰੇ ਪ੍ਰਭੂ ਅੱਜ ਦੇ ਦਿਨ ਵਾਸਤੇ। ਪਿਆਰੇ ਪ੍ਰਭੂ ਜੀ, ਆਪਨੇ ਹੁਣ ਤੱਕ ਸਾਨੂੰ ਸੰਭਾਲਿਆ, ਅੱਜ ਦਾ ਦਿਨ ਵੀ ਆਪ ਸਾਡੇ ਨਾਲ ਰਹੋ ਪਿਆਰੇ ਪਰਮੇਸ਼ਵਰ, ਆਪਣੇ ਵਚਨ ਦੁਆਰਾ ਸਾਡੇ ਨਾਲ ਗੱਲਬਾਤ ਕਰੋ ਪਿਆਰੇ ਪ੍ਰਭੂ ਜੀ। ਔਰ ਮਹਾਨ ਪਰਮੇਸ਼ਵਰ, ਆਪ ਦੀ ਦਇਆ, ਆਪ ਦੀ ਕਿਰਪਾ ਸਾਡੇ ਸਾਰਿਆਂ ਦੇ ਉੱਤੇ ਬਣੀ ਰਹੇ। ਮੇਰੇ ਮਹਾਨ ਪਰਮੇਸ਼ਵਰ, ਆਪ ਦੇ ਪਵਿੱਤਰ ਨਾਮ ਦੀ ਵਡਿਆਈ ਕਰਦੇ ਹਾਂ, ਆਪ ਦੀ ਦਇਆ ਸਾਡੇ ਨਾਲ ਬਣੀ ਰਹੇ। ਆਪ ਦਾ ਵਚਨ ਪਿਆਰੇ ਪਰਮੇਸ਼ਵਰ ਸਾਡੇ ਨਾਲ ਗੱਲਬਾਤ ਕਰੇ, ਆਪ ਦਾ ਆਤਮਾ ਸਾਡੇ ਨਾਲ ਗੱਲਬਾਤ ਕਰੇ, ਸਾਡੇ ਮਨ ਉਬਾਰੇ ਜਾਣ, ਅਸੀਂ ਉਤਸ਼ਾਹਿਤ ਹੋ ਸਕੀਏ ਔਰ ਪ੍ਰਭੂ ਜੀ ਆਪ ਦੇ ਵਚਨ 'ਚੋਂ ਕੁਝ ਨਾ ਕੁਝ ਨਵਾਂ ਸਿੱਖ ਕੇ ਆਪਣੀ ਜ਼ਿੰਦਗੀ 'ਚ ਤਸੱਲੀ ਔਰ ਸ਼ਾਂਤੀ ਨੂੰ ਪਾ ਸਕੀਏ। ਪਿਆਰੇ ਪਰਮੇਸ਼ਵਰ, ਆਪ ਦੀ ਦਇਆ ਮੰਗਦੇ, ਦਾਸ ਕਮਜ਼ੋਰ ਹੈ, ਆਪ ਸਾਮਰਥੀ ਜੀ, ਆਪਣੀ ਸਮਰੱਥਾ ਬਖਸ਼ੋ। ਮੇਰੇ ਭੈਣਾਂ ਭਾਈਆਂ ਦੇ ਨਾਲ ਵੀ ਆਪ ਗੱਲਬਾਤ ਕਰੋ, ਹਰੇਕ ਜੋ ਇਸ ਵਚਨ ਨੂੰ ਸੁਣਦਾ ਆਪ ਦਾ ਆਤਮਾ ਉਸ ਦੇ ਨਾਲ ਗੱਲ ਕਰੇ, ਉਸ ਨੂੰ ਤਸੱਲੀ, ਸ਼ਾਂਤੀ ਔਰ ਖੁਸ਼ੀ ਪ੍ਰਦਾਨ ਕਰੇ। ਪ੍ਰਭੂ ਜੀ, ਆਪ ਦੇ ਚਰਨਾਂ ਚੁੱਕ ਕੇ ਆਪ ਦੇ ਨਾਂ ਦੀ ਵਡਿਆਈ ਮਹਿਮਾ ਕਰਦੇ ਹੋ, ਆਪਣੇ ਆਪ ਨੂੰ ਆਪ ਦੇ ਅਧੀਨ ਕਰਦੇ ਹਾਂ। ਪ੍ਰਾਰਥਨਾ ਵਿਨਤੀ ਪ੍ਰਭੂ ਯਿਸੂ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸੋ ਪਰਮੇਸ਼ਵਰ ਦਾ ਧੰਨਵਾਦ ਹੈ। ਆਈਏ ਪਰਮੇਸ਼ਵਰ ਦੇ ਵਚਨ 'ਚੋਂ ਅਸੀਂ ਜੋ ਵਚਨ ਵੇਖਣ ਜਾ ਰਹੇ ਹਾਂ, ਕੂਚ ਦੀ ਕਿਤਾਬ 15 ਅਧਿਆਇ ਔਰ ਉਹਦੀ 26 ਆਇਤ। ਜੇ ਅਸੀਂ ਇਸ ਆਇਤ ਦੇ ਵਿੱਚ ਵੇਖੀਏ, ਇਸ ਜਗ੍ਹਾ 'ਤੇ ਲਿਖਿਆ, ਔਰ ਉਸਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਔਰ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਔਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ, ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਉਹ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਯਹੋਵਾ ਤੁਹਾਨੂੰ ਨਰੋਆ ਕਰਨ ਵਾਲਾ ਹਾਂ। ਸੋ ਇਸ ਆਇਤ ਦੇ ਵਿੱਚ ਜੇ ਅਸੀਂ ਵੇਖੀਏ, 4 ਗੱਲਾਂ ਖਾਸ ਕਰਕੇ ਪਰਮੇਸ਼ਵਰ ਆਪ ਇਹ ਗੱਲ ਕਹਿ ਰਿਹਾ ਇਸ ਜਗ੍ਹਾ 'ਤੇ। 4 ਗੱਲਾਂ ਪਰਮੇਸ਼ਵਰ ਦੇ ਆਪਣੇ ਮੂੰਹ ਦੇ ਸ਼ਬਦ ਨੇ। ਔਰ ਜੇ ਤੁਸੀਂ ਇਸ ਕਹਾਣੀ ਨੂੰ ਪੜ੍ਹੋ 22 ਆਇਤ ਤੋਂ ਲੈ ਕੇ 27 ਆਇਤ ਦੇ ਵਿੱਚ, ਅਤੇ ਇੱਥੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਇਸਰਾਏਲੀ ਨੇ ਮਿਸਰ ਦੀ ਗੁਲਾਮੀ ਦੇ ਵਿੱਚੋਂ, ਜਿੱਥੇ ਉਹ ਬੜੇ ਪਰੇਸ਼ਾਨ ਸੀ, ਬਹੁਤ ਤੰਗੀ ਦੇ ਵਿੱਚ ਸੀ, ਉੱਥੋਂ ਪਰਮੇਸ਼ਵਰ ਮੂਸਾ ਦੇ ਰਾਹੀਂ ਉਹਨਾਂ ਨੂੰ ਕੱਢ ਕੇ ਲਿਆਇਆ। ਮੂਸਾ ਉਹਨਾਂ ਲੋਕਾਂ ਦੀ ਅਗਵਾਈ ਕਰ ਰਿਹਾ ਔਰ ਉਹ ਚਲਦੇ ਚਲਦੇ ਇੱਕ ਐਸੀ ਜਗ੍ਹਾ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਪਿਆਸ ਲੱਗੀ ਔਰ ਪਾਣੀ, ਉਸ ਜਗ੍ਹਾ 'ਤੇ ਜਿਹੜੀ ਨਦੀ ਵਗ ਰਹੀ ਹੈ ਉਹਦਾ ਪਾਣੀ ਬਹੁਤ ਜ਼ਿਆਦਾ ਕੌੜਾ ਹੈ। ਔਰ ਜਦੋਂ ਉਹਨਾਂ ਨੇ ਪੀਤਾ ਤਾਂ ਉਹ ਪਾਣੀ ਬਹੁਤ ਕੌੜਾ ਸੀ ਅਤੇ ਪੀ ਨਹੀਂ ਸਕੇ। 23 ਆਇਤ ਦੇ ਵਿੱਚ ਅਸੀਂ ਵੇਖਦੇ, ਜਦੋਂ ਮਰਾਹ ਨੂੰ ਆਏ ਤਾਂ ਮਰਾਹ ਦਾ ਪਾਣੀ ਨਾ ਪੀ ਸਕੇ, ਕਿਉਂ ਜੋ ਕੌੜਾ ਸੀ, ਇਸ ਲਈ ਉਸ ਦਾ ਨਾਮ ਮਰਾਹ ਪੈ ਗਿਆ। ਅਤੇ ਫਿਰ ਕੀ ਹੋਇਆ, 24 ਆਇਤ ਕਹਿੰਦੀ ਹੈ, ਉਪਰੰਤ ਪ੍ਰਜਾ ਮੂਸਾ ਦੇ ਵਿਰੁੱਧ ਬੁੜਬੜਾਉਣ ਲੱਗੀ ਕਿ ਅਸੀਂ ਕੀ ਪੀਏ। ਤਾਂ ਉਸਨੇ ਯਹੋਵਾ ਅੱਗੇ ਦੁਹਾਈ ਦਿੱਤੀ, ਤਾਂ ਯਹੋਵਾ ਨੇ ਉਸਨੂੰ ਇੱਕ ਬਿਰਛ ਵਿਖਾ ਲਿਆ। ਉਸਨੇ ਉਹਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ। ਉੱਥੇ ਉਸਨੇ ਉਹਨਾਂ ਲਈ ਇੱਕ ਵਿਧੀ ਅਤੇ ਕਾਨੂੰਨ ਠਹਿਰਾਇਆ ਅਤੇ ਉੱਥੇ ਉਸਨੇ ਉਹਨਾਂ ਨੂੰ ਪਰਖ ਲਿਆ।
ਸੋ ਬੜੀ ਮੁਸ਼ਕਿਲ ਪਰੇਸ਼ਾਨੀ ਦੇ ਵਿੱਚ ਸੀ ਉਹ ਜਦੋਂ ਮਿਸਰ ਦੇ ਵਿੱਚ ਰਹਿੰਦੇ ਸੀ ਇਸਰਾਏਲੀ, ਔਰ ਬਹੁਤ ਤੰਗੀ ਸੀ, ਬਹੁਤ ਗੁਲਾਮੀ ਜਿਹੜੀ ਉਹਨਾਂ ਦੇ ਉੱਤੇ ਭਾਰੀ ਸੀ, ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀ, ਉਹਨਾਂ ਕੋਲ ਕੰਮ ਕਰਾਇਆ ਜਾਂਦਾ ਸੀ। ਔਰ ਐਸੀ ਹਾਲਤ ਦੇ ਵਿੱਚੋਂ ਪਰਮੇਸ਼ਵਰ ਉਹਨਾਂ ਨੂੰ ਮੂਸਾ ਦੇ ਰਾਹੀਂ ਕੱਢ ਕੇ ਲਿਆ। ਔਰ ਹੁਣ ਉਹ ਯਾਤਰਾ 'ਚ ਉਹਨਾਂ ਨੇ ਕਿਸੇ ਜਗ੍ਹਾ ਪਰਮੇਸ਼ਵਰ ਉਹਨਾਂ ਨੂੰ ਲੈ ਕੇ ਜਾ ਰਿਹਾ ਕਨਾਨ ਦੇ ਦੇਸ਼ ਵਿੱਚ, ਜਿੱਥੇ ਪਰਮੇਸ਼ਵਰ ਉਹਨਾਂ ਲਈ ਬਹੁਤ ਬਰਕਤ ਰੱਖੀ ਹੈ। ਪਰ ਕੀ ਹੋਇਆ ਇਸ ਜਗ੍ਹਾ 'ਤੇ, ਜਦੋਂ ਵੀ ਉਹਨਾਂ ਦੀ ਜ਼ਿੰਦਗੀ 'ਚ ਮੁਸ਼ਕਲ ਆਉਂਦੀ ਹੈ, ਜੇ ਤੁਸੀਂ ਪੜ੍ਹੇ ਆ ਕੂਸ਼ ਦੀ ਕਿਤਾਬ ਦੇ ਵਿੱਚ, ਹਮੇਸ਼ਾ ਉਹਨਾਂ ਦਾ ਰੋਣਾ ਪਿੱਟਣਾ ਪਰਮੇਸ਼ਵਰ ਦੇ ਖਿਲਾਫ, ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ, ਮੂਸਾ ਔਰ ਹਾਰੂਨ ਦੇ ਖਿਲਾਫ, ਇਹੀ ਉਹਨਾਂ ਦੀ ਜ਼ਿੰਦਗੀ ਦਾ ਰਵੱਈਆ ਹੈ। ਔਰ ਇਸ ਕਰਕੇ ਜਦੋਂ ਵੀ ਕੋਈ ਪਰੇਸ਼ਾਨੀ ਹੈ, ਪਰਮੇਸ਼ਵਰ ਨੂੰ ਕੋਸਣਾ, ਮੂਸਾ ਨੂੰ ਕੋਸਣਾ, ਤੂੰ ਸਾਨੂੰ ਉੱਥੋਂ ਕਿਉਂ ਕੱਢ ਕੇ ਲਿਆਇਆ, ਹੈ ਨਾ, ਪਰਮੇਸ਼ਵਰ ਸਾਨੂੰ ਲੈ ਕੇ ਆਇਆ ਤਾਂ ਕਿ ਸਾਨੂੰ ਇੱਥੇ ਮਾਰ ਸੁੱਟੇ, ਹੁਣ ਅਸੀਂ ਪੀਵਾਂਗੇ ਕੀ, ਹੁਣ ਅਸੀਂ ਖਾਵਾਂਗੇ ਕੀ, ਹੁਣ ਅਸੀਂ ਕਰਾਂਗੇ ਕੀ। ਉਹਨਾਂ ਦਾ ਹਮੇਸ਼ਾ ਇਹੋ ਹੀ ਰੋਣਾ ਪਿੱਟਣਾ ਉਹਨਾਂ ਦੀ ਜ਼ਿੰਦਗੀ 'ਚ ਰਿਹਾ। ਔਰ ਉਹਦਾ ਨਤੀਜਾ ਸੀ ਅਖੀਰ 'ਤੇ ਵੇਖਦੇ ਹਾਂ ਕਿ ਜਿਹੜੀ ਚੀਜ਼ ਪਰਮੇਸ਼ਵਰ ਨੇ ਉਹਨਾਂ ਨੂੰ ਦੇਣੀ ਸੀ, ਜਿਹੜੀ ਬਰਕਤ ਪਰਮੇਸ਼ਵਰ ਨੇ ਦੇਣੀ ਸੀ, ਉਹ ਉਹਨਾਂ ਨੂੰ ਨਹੀਂ ਮਿਲੀ। ਪਰਮੇਸ਼ਵਰ ਨੇ ਇੰਨਾ ਕੁਝ, ਇੰਨੇ ਚਮਤਕਾਰ ਕਰਕੇ, ਇੰਨੇ ਵੱਡੇ ਵੱਡੇ ਕੰਮ ਕਰਕੇ ਪਰਮੇਸ਼ਵਰ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ, ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੁੜਕੁੜਾਉਣਾ, ਹਮੇਸ਼ਾ ਭਟਕਣਾ, ਔਰ ਇਹੋ ਕੁਝ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਔਰ ਰਹਿ ਕੇ ਉਹ ਆਪਣੀ ਪੁਰਾਣੀ ਜ਼ਿੰਦਗੀ ਚੇਤੇ ਕਰਦੇ ਸੀ, ਹਾਲਾਂਕਿ ਬੜੇ ਦੁਖੀ ਸੀ। ਔਰ ਉਸ ਜਗ੍ਹਾ 'ਤੇ ਲਿਖਿਆ, ਪਰ ਉਹ ਜਦੋਂ ਤੁਸੀਂ ਕੂਚ ਦੀ ਕਿਤਾਬ 'ਚ ਪੜ੍ਹਦੇ ਜੇ, ਜਦੋਂ ਪਰਮੇਸ਼ਵਰ ਉਹਨਾਂ ਨੂੰ ਕੱਢ ਕੇ ਲਿਆਉਂਦਾ, ਅਤੇ ਉਸ ਜਗ੍ਹਾ 'ਤੇ ਲਿਖਿਆ ਉਹਨਾਂ ਦੀ ਪੁਕਾਰ, ਉਹਨਾਂ ਦੀ ਦੁਹਾਈ ਪਰਮੇਸ਼ਵਰ ਦੇ ਕੰਨਾਂ ਤੱਕ ਪਹੁੰਚੀ। ਦੁਹਾਈ ਕਦੋਂ ਦਿੰਦਾ ਇਨਸਾਨ? ਜਦੋਂ ਬਹੁਤ ਜ਼ਿਆਦਾ ਦੁਖੀ ਹੁੰਦਾ। ਕਰਾਉਂਦਾ ਕਦੋਂ ਹੈ? ਜਦੋਂ ਉਹਦੇ ਕੋਲ ਬੋਲਿਆ ਨਹੀਂ ਜਾਂਦਾ, ਸਿਰਫ ਹੂੰਗਣਾ ਹੀ ਨਿਕਲਦਾ ਉਹਦੇ ਮੂੰਹ। ਐਸੇ ਦੁੱਖ ਦੇ ਵਿੱਚ ਪਰਮੇਸ਼ਵਰ ਨੇ ਉਹਨਾਂ 'ਤੇ ਨਿਗਾਹ ਕੀਤੀ, ਉਹਨਾਂ ਵੱਲ ਵੇਖਿਆ ਔਰ ਮੂਸਾ ਨੂੰ ਭੇਜਿਆ ਕਿ ਇਹਨਾਂ ਨੂੰ ਇਸ ਦੁੱਖ 'ਚੋਂ ਬਾਹਰ ਕੱਢ ਕੇ ਲਿਆ, ਇਹ ਮੇਰੇ ਲੋਕ ਨੇ। ਪਰ ਕੀ ਹੋਇਆ? ਕੁਝ ਸਮੇਂ ਬਾਅਦ ਹੀ ਉਹ ਸਾਰੀਆਂ ਭਲਾਈਆਂ ਉਹਦੀਆਂ ਭੁੱਲ ਗਏ। ਔਰ ਜਦੋਂ ਵੀ ਕੋਈ ਮੁਸ਼ਕਿਲ ਆਈ, ਉਹਨਾਂ ਨੇ ਹਮੇਸ਼ਾ ਕੁੜਕੁੜਾਉਣਾ, ਹਮੇਸ਼ਾ ਮੂਸਾ ਨੂੰ ਕੋਸਣਾ, ਪਰਮੇਸ਼ਵਰ ਨੂੰ ਕੋਸਣਾ, ਹਾਰੂਨ ਨੂੰ ਕੋਸਣਾ, ਇਹੋ ਕੁਝ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਹਿ ਗਿਆ। ਔਰ ਪਰਮੇਸ਼ਵਰ ਇਸ ਗੱਲ ਤੋਂ ਬਹੁਤ ਬੜਾ ਚਿਰ ਉਹਨੇ ਬਰਦਾਸ਼ਤ ਕੀਤਾ। ਔਰ ਕਈ ਜਗ੍ਹਾ ਵਿੱਚ ਗੁੱਸੇ 'ਚ ਆ ਕੇ ਉਹਨੇ ਕਿਹਾ ਮੂਸਾ ਨੂੰ ਕਿ ਤੂੰ ਪਰੇ ਹੋ ਜਾ, ਮੈਂ ਇਹਨਾਂ ਨੂੰ ਮਾਰ ਦੇਣਾ। ਫਿਰ ਮੂਸਾ ਪ੍ਰਾਰਥਨਾ ਕਰਦਾ ਰਿਹਾ ਔਰ ਪਰਮੇਸ਼ਵਰ ਉਹਨਾਂ ਨੂੰ ਬਖਸ਼ਦਾ ਰਿਹਾ। ਸੋ ਉਹਨਾਂ ਨੇ ਕਹਿਣ ਦਾ ਭਾਵ ਕਿ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਪਰਮੇਸ਼ਵਰ ਦੇ ਨੱਕ 'ਚ ਦਮ ਕਰ ਛੱਡਿਆ। ਔਰ ਇਸ ਜਗ੍ਹਾ 'ਤੇ ਵੀ ਜਦੋਂ ਪਹੁੰਚੇ ਨੇ ਅਤੇ ਸਭ ਕੁਝ ਵਧੀਆ, ਪਰਮੇਸ਼ਵਰ ਉਹਨਾਂ ਨੂੰ ਹੁਣੇ, ਜੇ ਤੁਸੀਂ ਪਿਛਲੇ ਅਧਿਆਏ 'ਚ ਇਸ ਤੋਂ ਪਿੱਛੇ ਕਹਾਣੀ ਪੜ੍ਹੋ, ਪਰਮੇਸ਼ਵਰ ਲਾਲ ਸਮੁੰਦਰ ਦੇ ਵਿੱਚੋਂ ਕਿੰਨੇ ਵੱਡੇ ਚਮਤਕਾਰ ਦੇ ਦੁਆਰਾ ਉਹਨਾਂ ਨੂੰ ਕੱਢ ਕੇ ਲਿਆਇਆ, ਜਦੋਂ ਉਹਨੇ ਸਮੁੰਦਰ 2 ਹਿੱਸੇ ਕਰ ਦਿੱਤਾ। ਔਰ ਥੋੜ੍ਹਾ ਅੱਗੇ ਆ ਕੇ ਮਾੜੀ ਜਿਹੀ ਮੁਸ਼ਕਿਲ ਆਈ ਹੈ, ਪੀਣ ਲਈ ਪਾਣੀ ਨਹੀਂ ਹੈ, ਅਤੇ ਉਹਨਾਂ ਨੇ ਕੀ ਕੀਤਾ? ਕੁੜਕੁੜਾਉਣਾ ਸ਼ੁਰੂ ਕਰ ਦਿੱਤਾ। ਕਿੰਨੀ ਛੇਤੀ ਅਸੀਂ ਪਰਮੇਸ਼ਵਰ ਦੀਆਂ ਭਲਾਈਆਂ ਆਪਣੀ ਜ਼ਿੰਦਗੀ 'ਚ ਭੁੱਲ ਜਾਂਦੇ ਹਾਂ। ਔਰ ਇਸ ਆਇਤ ਦੇ ਵਿੱਚ ਜਿਹੜੀਆਂ 4 ਖਾਸ ਗੱਲਾਂ ਪਰਮੇਸ਼ਵਰ ਨੇ ਲਿਖੀਆਂ, ਉਹਨਾਂ 'ਤੇ ਅਸੀਂ ਵਿਚਾਰ ਕਰਾਂਗੇ। ਇਹ ਸਾਡੀ ਬਰਕਤ ਦਾ ਨਿਚੋੜ ਨੇ। ਜੇ ਅਸੀਂ ਜ਼ਿੰਦਗੀ 'ਚ ਪਰਮੇਸ਼ਵਰ ਕੋਲੋਂ ਕੁਝ ਪਾਉਣਾ ਚਾਹੁੰਦੇ ਹਾਂ, ਜੇ ਅਸੀਂ ਬਿਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹਾਂ, ਜੇ ਅਸੀਂ ਕਰਜ਼ਿਆਂ 'ਚੋਂ ਨਿਕਲਣਾ ਚਾਹੁੰਦੇ ਹਾਂ, ਜੇ ਅਸੀਂ ਲੜਾਈ ਝਗੜਿਆਂ 'ਚੋਂ ਨਿਕਲਣਾ ਚਾਹੁੰਦੇ ਹਾਂ, ਨਸ਼ਿਆਂ 'ਚੋਂ ਨਿਕਲਣਾ ਚਾਹੁੰਦੇ ਹਾਂ, ਹੈ ਨਾ, ਗਰੀਬੀ 'ਚੋਂ ਨਿਕਲਣਾ ਚਾਹੁੰਦੇ ਹਾਂ, ਇਹ ਨਿਚੋੜ ਹੈ। 4 ਗੱਲਾਂ ਨਿਚੋੜ ਨੇ ਪਰਮੇਸ਼ਵਰ ਦਾ। ਪਰ ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਚੱਲਦੇ ਹਾਂ, ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਰੱਖਦੇ ਹਾਂ, ਕੋਈ ਸਾਡੀ ਜ਼ਿੰਦਗੀ ਦਾ ਐਸਾ ਹਾਲਾਤ ਨਹੀਂ ਹੈ ਜਿਹੜਾ ਪਰਮੇਸ਼ਵਰ ਸਹੀ ਨਾ ਕਰ ਸਕੇ। ਕੋਈ ਸਾਡੀ ਜ਼ਿੰਦਗੀ ਦੀ ਐਸੀ ਮੁਸ਼ਕਿਲ ਨਹੀਂ ਹੈ ਜੇ ਉਹ ਪਰਮੇਸ਼ਵਰ ਸਾਡੀ ਜ਼ਿੰਦਗੀ 'ਚੋਂ ਦੂਰ ਨਾ ਕਰ ਸਕੇ। ਸੋ ਇਹਨਾਂ 4 ਗੱਲਾਂ 'ਤੇ ਅਸੀਂ ਜਦੋਂ ਗੌਰ ਕਰਦੇ ਹਾਂ, 26 ਆਇਤ ਦੇ ਵਿੱਚ ਪਹਿਲੀ ਗੱਲ ਕੀ ਲਿਖੀ ਹੈ? ਲਿਖਿਆ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ। ਸੋ ਪਹਿਲੀ ਗੱਲ, ਰੀਝ ਨਾਲ ਜਿਹੜਾ ਮਤਲਬ ਹੈ, ਅੰਗਰੇਜ਼ੀ ਦੀ ਬਾਈਬਲ ਕਹਿੰਦੀ ਹੈ ਧਿਆਨ ਨਾਲ, ਹੈ ਨਾ, ਕੰਨ ਲਾ ਕੇ। ਬਾਈਬਲ ਦੇ ਵਿੱਚ ਬਾਰ-ਬਾਰ ਇੱਕ ਗੱਲ ਲਿਖੀ, ਜਿਸ ਦੇ ਕੰਨ ਹੋਣ ਸੋ ਸੁਣੇ। ਕੰਨ ਸਾਰਿਆਂ ਦੇ ਹੈਗੇ ਆ, ਪਰ ਸੁਣਨ ਵਾਲੇ ਕੰਨ ਬਹੁਤ ਘੱਟ ਲੋਕਾਂ ਦੇ ਨੇ। ਸੋ ਕੀ ਕਹਿੰਦਾ ਪਰਮੇਸ਼ਵਰ ਦਾ ਵਚਨ? ਕਹਿੰਦਾ ਜੇ ਤੁਸੀਂ ਧਿਆਨ ਨਾਲ, ਪਰਮੇਸ਼ਵਰ ਇਸ ਗੱਲ 'ਤੇ ਕਹਿ ਰਿਹਾ, ਜੇ ਤੁਸੀਂ ਧਿਆਨ ਨਾਲ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ। ਪਹਿਲਾਂ ਸੁਣਨਾ ਹੈ ਨਾ, ਜੇ ਉਹ ਕੀ ਕਹਿੰਦਾ, ਉਹ ਸਾਨੂੰ ਕਹਿਣਾ ਕੀ ਚਾਹ ਰਿਹਾ। ਹੁਣ ਕਿਸ ਤਰ੍ਹਾਂ ਉਹ ਗੱਲ ਕਰਦਾ, ਅਸੀਂ ਕਈ ਵਾਰੀ ਵਿਚਾਰ ਕਰਦੇ ਹਾਂ ਪਰਮੇਸ਼ਵਰ ਸਾਡੇ ਨਾਲ ਕਿਸ ਤਰ੍ਹਾਂ ਗੱਲ ਕਰਦਾ ਹੈ। ਜਿਹੜਾ ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਉਹ ਹੈ ਕਿ ਪਰਮੇਸ਼ਵਰ ਵਚਨ 'ਚੋਂ ਮੇਰੇ ਨਾਲ ਗੱਲ ਕਰਦਾ। ਜਦੋਂ ਮੈਂ ਪੜ੍ਹਦਾ ਉਹਨੂੰ ਧਿਆਨ ਨਾਲ ਔਰ ਮਨ ਲਾ ਕੇ। ਹੁਣ ਜੇ ਫਰਜ਼ ਕਰੋ, ਅੱਜ ਕੱਲ੍ਹ ਮੈਂ ਬਾਈਬਲ ਦਾ ਇੱਕ ਹਿੱਸਾ, ਵਚਨ ਦਾ ਇੱਕ ਹਿੱਸਾ ਮੈਂ ਜ਼ਰੂਰ ਰੋਜ਼ ਵਟਸਐਪ 'ਤੇ ਗਰੁੱਪ 'ਚ ਭੇਜਦਾ। ਮੈਂ ਨਹੀਂ ਜਾਣਦਾ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਪਰ ਕਈ ਸ਼ਾਇਦ ਐਸੇ ਭੈਣ ਭਾਈ ਵੀ ਹੋਣਗੇ, ਉਹ ਹੁਣ ਸੋਚਦੇ ਨੇ ਕਿ ਬਾਈਬਲ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ ਹੈ, ਉਹ ਆ ਗਿਆ ਅਤੇ ਉਹਨੂੰ ਬਸ ਇੱਕ ਵਾਰੀ ਪੜ੍ਹ ਲਿਆ ਅਤੇ ਸਾਡੀ ਬਾਈਬਲ ਹੋ ਗਈ। ਕਿਸ ਤਰ੍ਹਾਂ ਪਰਮੇਸ਼ਵਰ ਦੀ ਆਵਾਜ਼ ਤੁਸੀਂ ਸੁਣੋਗੇ? ਫਰਜ਼ ਕਰੋ, ਹੈ ਨਾ। ਮੈਂ ਕਈ ਵਾਰੀ ਉਦਾਹਰਨ ਦਿੰਦਾ, ਸਕੂਲ ਦੇ ਵਿੱਚ ਬੱਚੇ ਜਾਂਦੇ ਨੇ, ਟੀਚਰ ਜਿਹੜੀ ਆ ਉਹਨਾਂ ਨੂੰ ਕੰਮ ਕਰਨ ਲਈ ਉਹ ਦੱਸ ਰਹੀ ਹੈ, ਉਹਨਾਂ ਨੂੰ ਪੜ੍ਹਾ ਰਹੀ ਹੈ, ਔਰ ਹੋਮਵਰਕ ਕਰਨ ਲਈ ਜਿਹੜਾ ਉਹਨਾਂ ਦੇ ਘਰ ਦਾ ਕੰਮ ਜਿਹੜਾ ਉਹਨਾਂ ਨੇ ਜਾ ਕੇ ਕਰਨਾ ਹੈ, ਉਹ ਉਹਨਾਂ ਨੇ ਲਿਖਾ ਦਿੱਤਾ, ਨੋਟ ਕਰ ਦਿੱਤਾ। ਬੱਚੇ ਨੇ ਸੁਣਿਆ, ਬਿਰਤੀ ਕਿਤੇ ਹੋਰ ਲੱਗੀ
है ना, खेडन च मन है, ਜਾਂ ਉਹਦੇ ਦਿਮਾਗ 'ਚ ਰਾਤ ਦੀ ਜਿਹੜੀ ਫਿਲਮ ਵੇਖੀ ਜਾਂ ਡਰਾਮੇ ਵੇਖੇ ਉਹ ਚੱਲ ਰਹੇ ਨੇ, ਉਧਰੋਂ ਟੀਚਰ ਜਿਹੜੀ ਉਹ ਘਰ ਦਾ ਕੰਮ ਲਿਖਾ ਰਹੀ ਹੈ ਵੀ ਹੁਣ ਘਰ ਜਾ ਕੇ ਆਹ ਕੰਮ ਕਰਨਾ ਹੈ ਨਾ। ਟੀਚਰ ਬੋਲੀ ਗਈ, ਉਹ ਬੱਚਾ ਵੀ ਉੱਥੇ ਬੈਠਾ ਹੈ, ਉਹਦੇ ਕੰਨ ਵੀ ਹੈਗੇ ਨੇ ਸੁਣਨ ਵਾਲੇ, ਆਵਾਜ਼ ਵੀ ਉਹਦੇ ਕੰਨਾਂ 'ਚ ਪੈ ਰਹੀ ਹੈ, ਪਰ ਕੀ ਹੋਇਆ, ਉਹਦੀ ਬਿਰਤੀ ਕਿਤੇ ਹੋਰ ਲੱਗੀ ਤੇ ਉਹਨੇ ਸੁਣਿਆ ਜ਼ਰੂਰ ਪਰ ਧਿਆਨ ਨਾਲ ਨਹੀਂ ਸੁਣਿਆ, ਹੈ ਨਾ। ਇਸ ਜਗ੍ਹਾ 'ਤੇ ਲਿਖਿਆ ਧਿਆਨ ਨਾਲ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣਨੀ ਹੈ। ਉਹਨੇ ਸੁਣਿਆ ਜ਼ਰੂਰ ਪਰ ਧਿਆਨ ਨਾਲ ਨਹੀਂ ਸੁਣਿਆ, ਅਤੇ ਜਦੋਂ ਧਿਆਨ ਨਾਲ ਨਹੀਂ ਸੁਣਿਆ ਤਾਂ ਫਿਰ ਇਹਦਾ ਮਤਲਬ ਕੀ ਹੈ, ਉਹ ਚੀਜ਼ ਉਹਦੇ ਦਿਮਾਗ ਦੇ ਵਿੱਚ ਬੈਠੀ ਨਹੀਂ, ਅਤੇ ਜਦੋਂ ਬੈਠੀ ਨਹੀਂ, ਹੁਣ ਉਹ ਘਰ ਆਏਗਾ ਜਦੋਂ, ਅਤੇ ਜਿਹੜੀ ਚੀਜ਼ ਉਹਨੇ ਸੁਣੀ ਜ਼ਰੂਰ ਪਰ ਬਿਰਤੀ ਕਿਤੇ ਹੋਰ ਸੀ, ਇਸ ਕਰਕੇ ਉਹਨੂੰ ਪਤਾ ਹੀ ਨਹੀਂ ਵੀ ਕੀ ਬੋਲਿਆ ਗਿਆ ਸੀ, ਟੀਚਰ ਨੇ ਕੀ ਦੱਸਿਆ ਸੀ, ਅਤੇ ਜਦੋਂ ਘਰ ਆਏਗਾ ਤਾਂ ਫਿਰ ਕਰੇਗਾ ਕੀ। ਜਦੋਂ ਉਹਨੇ ਨੋਟ ਹੀ ਨਹੀਂ ਕੀਤਾ, ਉਹਨੂੰ ਪਤਾ ਹੀ ਨਹੀਂ ਲੱਗਾ, ਕੰਨਾਂ 'ਚ ਆਵਾਜ਼ ਪਈ, ਕਲਾਸ ਦੇ ਵਿੱਚ ਬੈਠਾ, ਟੀਚਰ ਸਾਹਮਣੇ ਸੀ, ਸਾਰਾ ਕੁਝ ਅੱਖਾਂ ਦੇ ਸਾਹਮਣੇ ਹੋਇਆ, ਪਰ ਜਦੋਂ ਬਿਰਤੀ ਧਿਆਨ ਉਸ ਜਗ੍ਹਾ 'ਤੇ ਨਹੀਂ ਸੀ ਅਤੇ ਉਹ ਆਵਾਜ਼ ਉਹਦੇ ਦਿਲ ਤੱਕ ਨਹੀਂ ਪਹੁੰਚੀ। ਪਰਮੇਸ਼ਵਰ ਦਾ ਜਿਹੜਾ ਕੰਮ ਹੈ ਉਹ ਇਸੇ ਤਰ੍ਹਾਂ ਹੀ ਹੈ, ਉਹ ਬੋਲਦਾ ਹੈ, ਆਪਣੇ ਵਚਨ ਦੇ ਰਾਹੀਂ ਬੋਲਦਾ ਹੈ, ਜ਼ਰੂਰ ਤੁਹਾਡੀ ਜ਼ਿੰਦਗੀ ਦੀ ਲੋੜ ਦੇ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰਦਾ ਹੈ, ਪਰ ਜੇ ਸਾਡਾ ਧਿਆਨ ਉਹਨੂੰ ਸੁਣਨ ਵੱਲ ਨਹੀਂ ਹੈ, ਉਹਦੀ ਆਵਾਜ਼ ਵੱਲ ਨਹੀਂ ਹੈ, ਪਰਮੇਸ਼ਵਰ ਰੌਲਾ ਪਾ ਕੇ ਨਹੀਂ ਕਹਿੰਦਾ, ਪਰਮੇਸ਼ਵਰ ਬੜੀ ਮੱਧਮ ਆਵਾਜ਼ ਦੇ ਵਿੱਚ ਆਪਣੇ ਵਚਨ ਰਾਹੀਂ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਦਿਲੋਂ ਪਰਮੇਸ਼ਵਰ ਦੇ ਨਾਲ ਬੈਠੇ ਜੇ, ਪਰਮੇਸ਼ਵਰ ਆਪਣੇ ਤੁਹਾਡੇ ਮਨ ਦੇ ਵਿੱਚ ਵਿਚਾਰ ਪਾਏਗਾ, ਤੁਹਾਡੇ ਨਾਲ ਗੱਲ ਕਰੇਗਾ ਔਰ ਤੁਹਾਡੇ ਹਾਲਾਤਾਂ ਦੇ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰੇਗਾ। ਪਰ ਜੇ ਸੁਣਨ ਵਾਲੇ ਕੰਨ ਹੈ ਨਹੀਂ, ਜੇ ਧਿਆਨ ਨਾਲ ਸੁਣਦੇ ਨਹੀਂ, ਤੇ ਫਿਰ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਹੈ, ਜਿੰਨਾ ਮਰਜ਼ੀ ਸੁਣੀ ਜਾਓ। ਔਰ ਇਹ ਗੱਲ ਪਰਮੇਸ਼ਵਰ ਨੇ ਆਪਣੀ ਜ਼ੁਬਾਨੀ ਕਹੀ, ਇਸ ਕਰਕੇ ਕਹੀ ਕਿਉਂਕਿ ਬੜੀ ਜ਼ਰੂਰੀ ਹੈ। ਔਰ ਫਿਰ ਕੀ ਹੈ, ਜੇ ਅਸੀਂ ਧਿਆਨ ਨਾਲ ਨਹੀਂ ਸੁਣਦੇ ਤਾਂ ਉਹ ਚੀਜ਼ ਸਾਡੇ ਦਿਲ ਦਿਮਾਗ ਦੇ ਵਿੱਚ ਬੈਠਦੀ ਨਹੀਂ, ਔਰ ਫਿਰ ਅਸੀਂ ਉਹਨੂੰ ਕੀ ਹੈ ਉਸ ਤਰੀਕੇ ਨਾਲ ਕਰ ਨਹੀਂ ਸਕਦੇ। ਜਦੋਂ ਸੁਣਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕਹਿ ਕੀ ਰਿਹਾ, ਅਤੇ ਫਿਰ ਕਰਨਾ ਕੀ ਹੈ। ਔਰ ਫਿਰ ਅਸੀਂ ਕਹਿੰਦੇ ਹਾਂ ਕਿ ਪਰਮੇਸ਼ਵਰ ਦੀ ਨਾ ਪਤਾ ਨਹੀਂ ਕੀ ਮਰਜ਼ੀ ਹੈ, ਪਰਮੇਸ਼ਵਰ ਸਾਡੇ ਲਈ ਕੀ ਪਰਮੇਸ਼ਵਰ ਨੇ ਰੱਖਿਆ, ਉਹ ਦੱਸਦਾ ਤਾਂ ਹੈ ਕਿ ਮੈਂ ਤੁਹਾਡੇ ਲਈ ਕੀ ਰੱਖਿਆ ਅਤੇ ਤੁਸੀਂ ਕੀ ਕਰਨਾ, ਪਰ ਅਸੀਂ ਸੁਣਨ ਲਈ ਤਿਆਰ ਨਹੀਂ, ਕੰਨਾਂ 'ਚ ਪੈਂਦੀ ਹੈ, ਦਿਲ ਤੱਕ ਪਹੁੰਚਦੀ ਨਹੀਂ, ਧਿਆਨ ਸਾਡਾ ਕਿਤੇ ਹੋਰ ਹੈ। ਸੰਗਤ 'ਚ ਵੀ ਕਈ ਵਾਰੀ ਜਦੋਂ ਅਸੀਂ ਬੈਠਦੇ, ਜਦੋਂ ਅਸੀਂ ਐਤਵਾਰ ਦਾ ਚਰਚ ਸਾਡਾ ਲੱਗਦਾ ਸੀ, ਅਤੇ ਜਦੋਂ ਅਸੀਂ ਵੇਖਦੇ ਹਾਂ ਤਾਂ ਬੜੇ ਮੇਰੇ ਭੈਣ ਭਾਈ ਨੇ ਜਿਹੜੇ ਬੈਠੇ ਹੁੰਦੇ ਆ, ਸਰੀਰ ਉੱਥੇ ਹੀ ਨੇ, ਆਤਮਾ ਘਰ ਛੱਡ ਆਏ ਨੇ, ਹੈ ਨਾ। ਜਿਹੜਾ ਉਹਨਾਂ ਦਾ ਮਨ ਧਿਆਨ ਹੈ ਉਹ ਘਰ ਛੱਡ ਆਏ ਨੇ, ਡੰਗਰਾਂ ਨੂੰ ਪੱਠੇ ਪਾਉਣ ਵਾਲੇ ਹੈ ਨਾ, ਜਾ ਕੇ ਆਹ ਕੰਮ ਕਰਨਾ ਹੈ, ਸਵੇਰੇ ਆਹ ਕੰਮ ਇਸ ਤਰ੍ਹਾਂ ਰਹਿ ਗਿਆ, ਕਿਸੇ ਨੇ ਆਉਣਾ, ਕੋਈ ਪ੍ਰਾਹੁਣਾ ਆਉਣ ਵਾਲਾ ਕੁਝ ਹੈ, ਅਤੇ ਜਦੋਂ ਉਹ ਬੈਠੇ ਜ਼ਰੂਰ ਹੈ, ਫਿਰ ਅਸੀਂ ਕਹਿੰਦੇ ਵੀ ਇੰਨੇ ਸਾਲ ਪਰਮੇਸ਼ਵਰ ਨੂੰ ਮੰਨਦੇ ਹੋ ਗਏ ਅਤੇ ਸਾਨੂੰ ਕੁਝ ਮਿਲਿਆ ਨਹੀਂ। ਬਈ ਜਦੋਂ ਉਹਦੀ ਗੱਲ ਹੀ ਨਹੀਂ ਸੁਣੀ, ਹੈ ਨਾ, ਜਦੋਂ ਧਿਆਨ ਉਹਦੀ ਗੱਲ 'ਤੇ ਲਾਇਆ ਹੀ ਨਹੀਂ, ਹੈ ਨਾ, ਅਤੇ ਫਿਰ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਕਿ ਸਾਡੀ ਜ਼ਿੰਦਗੀ 'ਚ ਬਰਕਤ ਆ ਸਕਦੀ, ਕਿਉਂਕਿ ਜੇ ਸੁਣਿਆ ਨਹੀਂ ਤਾਂ ਫਿਰ ਮੰਨਾਂਗੇ ਕਿੱਥੋਂ, ਅਤੇ ਜੇ ਮੰਨਾਂਗੇ ਨਹੀਂ ਤਾਂ ਬਰਕਤ ਕਿੱਥੋਂ। ਸੋ ਪਰਮੇਸ਼ਵਰ ਬੜਾ ਸਾਫ਼ ਸਪਸ਼ਟ ਸਾਡੇ ਨਾਲ ਗੱਲ ਕਰਦਾ ਹੈ, ਜੇ ਅਸੀਂ ਧਿਆਨ ਲਾ ਕੇ ਉਹਦੀ ਗੱਲ ਨੂੰ ਸੁਣੀਏ। ਹੁਣ ਇਹੋ ਹੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਪਤਾ ਨਹੀਂ ਕਿੰਨੇ ਕੁ ਜਣੇ ਧਿਆਨ ਨਾਲ ਸੁਣ ਰਹੇ, ਜੇ ਸੁਣ ਵੀ ਰਹੇ ਨੇ ਤਾਂ ਥੋੜ੍ਹੀ ਦੇਰ ਬਾਅਦ ਦਿਮਾਗ 'ਚੋਂ ਨਿਕਲ ਜਾਣਾ। ਮੈਂ ਕਈ ਵਾਰੀ ਇਸ ਗੱਲ ਨੂੰ ਵਿਚਾਰ ਕਰਦਾ ਨਾ, ਮੈਂ ਆਪਣੀ ਜ਼ਿੰਦਗੀ ਦੀ ਗੱਲ ਤੁਹਾਨੂੰ ਦੱਸ ਰਿਹਾ ਕਿ ਜਦੋਂ ਮੈਂ ਪਰਮੇਸ਼ਵਰ ਦਾ ਵਚਨ ਪੜ੍ਹਦਾ ਤਾਂ ਮੈਨੂੰ ਕੋਈ ਚੀਜ਼, ਕੋਈ ਗੱਲ ਇਹਦੇ 'ਚੋਂ ਲੱਗਦੀ ਹੈ ਕਿ ਪਰਮੇਸ਼ਵਰ ਕੋਈ ਖਾਸ ਗੱਲ ਕਰ ਰਿਹਾ, ਅਤੇ ਮੈਂ ਕੀ ਕਰਦਾ, ਉਹਨੂੰ ਅਗਲੇ ਦਿਨ ਫਿਰ ਦੁਬਾਰਾ ਪੜ੍ਹਨਾ, ਅਗਲਾ ਹਿੱਸਾ, ਅਤੇ ਉਹ ਤੋਂ ਪੜ੍ਹਨ ਦੀ ਕੋਸ਼ਿਸ਼ ਕਰਨੀ ਵੀ ਅਗਲਾ ਹਿੱਸਾ ਵੀ ਨਾਲ ਪੜ੍ਹਿਆ ਜਾਵੇ। ਪਰ ਉਹਨੂੰ ਮੈਂ ਉਦੋਂ ਜਦੋਂ ਮੈਨੂੰ ਲੱਗਦਾ ਕਿ ਪਰਮੇਸ਼ਵਰ ਤੋਂ ਕੋਈ ਗੱਲ ਕਰ ਰਿਹਾ, ਉਹਨੂੰ ਮੈਂ 3-4 ਵਾਰੀ ਉਸੇ ਵੇਲੇ ਪੜ੍ਹਦਾ। ਵਿੱਚੋਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪੜ੍ਹਦਿਆਂ ਧਿਆਨ ਭਟਕ ਜਾਂਦਾ, ਕੋਈ ਗੱਲ ਦਿਮਾਗ 'ਚ ਇੱਧਰ ਉੱਧਰ ਦੀ ਆ ਜਾਂਦੀ ਹੈ ਵੀ ਆਹ ਕਰਨਾ ਉਹ ਕਰਨਾ, ਕੋਈ ਕੰਮ ਚੇਤੇ ਆ ਜਾਂਦਾ। ਪਰ ਫਿਰ ਜੇ ਮੈਨੂੰ ਲੱਗੇ ਕਿ ਮੈਂ ਫਿਰ ਧਿਆਨ ਨਹੀਂ ਪੜ੍ਹਿਆ, ਮੈਂ ਫਿਰ ਪੜ੍ਹਦਾ, ਭਾਵੇਂ 4 ਵਾਰੀ 5 ਵਾਰੀ 7 ਵਾਰੀ ਪੜ੍ਹਾਂ, ਉਹਨੂੰ ਮੈਂ ਪੜ੍ਹਨਾ ਜਦੋਂ ਤੱਕ ਮੈਨੂੰ ਚੰਗੀ ਤਰ੍ਹਾਂ ਜਾਂ ਪੂਰੀ ਤਰ੍ਹਾਂ ਸਮਝ ਨਾ ਆ ਜਾਏ। ਔਰ ਉਸ ਤੋਂ ਬਾਅਦ ਫਿਰ ਅਗਲੇ ਦਿਨ ਫਿਰ ਦੁਬਾਰਾ ਉਹਨੂੰ ਮੈਂ ਪੜ੍ਹਨਾ ਸਵੇਰੇ ਉੱਠ ਕੇ, ਕਿ ਜਿਹੜੀ ਕੱਲ੍ਹ ਗੱਲ ਪੜ੍ਹੀ ਸੀ, ਹੈ ਨਾ, ਉਹ ਕਿੰਨੀ ਕੁ ਪਰਮੇਸ਼ਵਰ ਨੇ, ਹੈ ਨਾ, ਕੀ ਕਹਿਣਾ ਚਾਹ ਰਿਹਾ, ਹੋਰ ਕਿਹੜੀ ਗੱਲ ਉਹਦੇ 'ਚ ਖਾਸ ਹੈ, ਕਿੰਨੀ ਕੁ, ਮਤਲਬ ਜੇ ਤੁਹਾਨੂੰ ਫਿਰ ਉਸੇ ਤਰ੍ਹਾਂ ਲੱਗਦਾ ਤਾਂ ਇਹਦਾ ਮਤਲਬ ਪਰਮੇਸ਼ਵਰ ਤੁਹਾਡੇ ਨਾਲ ਉਹ ਗੱਲ ਕਰ ਰਿਹਾ, ਤੁਹਾਨੂੰ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਪਰ ਧਿਆਨ ਲਾ ਕੇ ਅਸੀਂ ਕੋਈ ਰੇਸ ਥੋੜ੍ਹੀ ਦੌੜ ਰਹੇ ਹਾਂ, ਕੋਈ ਦੌੜ ਰਹੇ ਹਾਂ ਵੀ ਅਸੀਂ ਫਟਾਫਟ ਬਾਈਬਲ ਖ਼ਤਮ ਕਰਨੀ ਹੈ, ਉਸ ਗੱਲ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਸਾਰੇ ਦੇ ਸਾਰੇ ਜ਼ਬੂਰ 150 ਜ਼ਬੂਰ ਯਾਦ ਕਰਕੇ ਰੱਖ ਲਓ ਤਾਂ ਵੀ ਕੋਈ ਮਤਲਬ ਨਹੀਂ ਉਸ ਗੱਲ ਦਾ, ਜੇ ਤੁਹਾਡੀ ਸਮਝ ਕੁਝ ਨਹੀਂ ਆਇਆ। ਕਈਆਂ ਨੂੰ ਬੜਾ ਇਸ ਗੱਲ ਦਾ ਘਮੰਡ ਹੈ, ਜੇ ਅਸੀਂ ਬੜੇ ਰੱਟੇ ਲਾਏ, ਅਸੀਂ ਇੰਨੇ ਜ਼ਬੂਰ ਸਾਨੂੰ ਮੂੰਹ ਜ਼ਬਾਨੀ ਯਾਦ, ਇੰਨੀਆਂ ਆਇਤਾਂ ਸਾਨੂੰ ਮੂੰਹ ਜ਼ਬਾਨੀ ਯਾਦ, ਹੈ ਨਾ। ਰੱਟੇ ਲਾਉਣ ਲਈ ਤੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਪੇਪਰ ਦੇਣੇ ਨੇ, ਅਖੀਰਲੇ ਪੇਪਰਾਂ ਦੇ ਟਾਈਮ 'ਤੇ ਬੜੇ ਰੱਟੇ ਲਾਉਂਦੇ ਨੇ, ਉਹ ਰੱਟੇ ਲਾ ਕੇ ਯਾਦ ਜ਼ਰੂਰ ਹੋ ਜਾਂਦਾ, ਪਰ ਉਹ ਕੁਝ ਸਮੇਂ ਲਈ ਹੁੰਦਾ, ਜਦੋਂ ਉਹਨਾਂ ਨੇ ਸਿੱਖਿਆ ਨਹੀਂ, ਜਦੋਂ ਉਹਨੂੰ ਸਮਝਿਆ ਨਹੀਂ, ਅਤੇ ਉਹ ਰੱਟਾ ਲਾ ਕੇ ਉਹ ਪੇਪਰ ਦੇ ਲੈਣਗੇ, ਪਾਸ ਵੀ ਹੋ ਜਾਣਗੇ, ਪਰ ਸਿੱਖਣਗੇ ਕੁਝ ਨਹੀਂ, ਕਿਉਂਕਿ ਸਿਰਫ ਰੱਟਾ ਸੀ।
ਸੋ ਜੇ ਅਸੀਂ ਸੋਚਦੇ ਵੀ ਬਾਈਬਲ ਪੜ੍ਹੀ ਫਟਾਫਟ ਅਸੀਂ ਪੂਰਾ ਸਾਲ ਬਾਈਬਲ ਹੈ ਨਾ ਪੜ੍ਹ ਕੇ ਇੱਕ ਸਾਲ 'ਚ ਖਤਮ ਕਰ ਦਈਏ ਤਾਂ ਕਿ ਅਸੀਂ ਦੂਜਿਆਂ ਨੂੰ ਦੱਸ ਸਕੀਏ ਵੀ ਮੈਂ ਸਾਲ 'ਚ ਬਾਈਬਲ ਪੜ੍ਹ ਲਈ ਹੈ। ਕਈ ਬਾਈਬਲ ਨੂੰ ਪੂਰਾ ਫਟਾਫਟ ਖਤਮ ਕਰਨਗੇ ਵੀ ਇੰਨੀ ਵਾਰੀ ਅਸੀਂ ਕਿਸੇ ਨੂੰ ਕਹਿ ਸਕੀਏ ਵੀ ਹਾਂ ਵੀ ਅਸੀਂ 10 ਵਾਰੀ ਬਾਈਬਲ ਪੜ੍ਹੀ ਹੈ, ਕੋਈ ਮਤਲਬ ਹੀ ਨਹੀਂ ਉਸ ਗੱਲ ਦਾ। ਔਰ ਇਸ ਕਰਕੇ ਮੁੱਖ ਗੱਲ ਜਿਹੜੀ ਹੈ, ਜ਼ਰੂਰੀ ਗੱਲ ਕੀ ਹੈ, ਪਰਮੇਸ਼ਵਰ ਦੀ ਗੱਲ ਨੂੰ ਧਿਆਨ ਲਾ ਕੇ ਸੁਣਨਾ। ਜਿੱਥੋਂ ਗੱਲ ਤੁਹਾਡੇ ਨਾਲ ਕਰ ਰਿਹਾ ਹੈ ਨਾ, ਜਿੱਥੋਂ ਗੱਲ ਕਰ ਰਿਹਾ, ਜਦੋਂ ਤੁਸੀਂ ਵਚਨ ਨੂੰ ਪੜ੍ਹਦੇ ਜੇ ਪਹਿਲੀ ਗੱਲ ਤਾਂ ਧਿਆਨ ਨਾਲ ਪੜ੍ਹੀਏ, 4 ਆਇਤਾਂ ਪੜ੍ਹੀਏ, 5 ਆਇਤਾਂ ਪੜ੍ਹੀਏ, ਪਰ ਧਿਆਨ ਨਾਲ ਪੜ੍ਹੀਏ, ਗੌਰ ਲਾ ਕੇ ਪੜ੍ਹੀਏ, ਹੈ ਨਾ। ਸੁਣਨ ਦੀ ਕੋਸ਼ਿਸ਼ ਕਰੀਏ ਕਿ ਪਰਮੇਸ਼ਵਰ ਤੁਹਾਡੇ ਨਾਲ ਕੀ ਗੱਲ ਕਰ ਰਿਹਾ। ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰੀਏ ਕਿ ਪਰਮੇਸ਼ਵਰ ਮੈਂ ਤੇਰੀ ਆਵਾਜ਼ ਨੂੰ ਸੁਣਨਾ, ਤੇਰੀ ਗੱਲ ਨੂੰ ਸੁਣਨਾ, ਮੇਰੇ ਨਾਲ ਬੋਲ, ਮੇਰੇ ਨਾਲ ਗੱਲ ਕਰ। ਮੇਰੇ ਹਾਲਾਤ ਮਾੜੇ ਨੇ, ਮੇਰੀ ਜ਼ਿੰਦਗੀ 'ਚ ਆ ਪਰੇਸ਼ਾਨੀ ਆ, ਮੇਰੇ ਸਾਹਮਣੇ ਆ ਚਿੰਤਾ ਵਾ, ਮੈਨੂੰ ਇਸ ਗੱਲ ਦੀ ਪਰੇਸ਼ਾਨੀ ਹੈ, ਜੋ ਵੀ ਹੈ ਪਰਮੇਸ਼ਵਰ ਦੇ ਸਾਹਮਣੇ ਰੱਖ ਕੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਪਰਮੇਸ਼ਵਰ ਮੇਰੇ ਨਾਲ ਗੱਲ ਕਰ। ਔਰ ਐਸਾ ਹੋ ਹੀ ਨਹੀਂ ਸਕਦਾ ਕਿ ਪਰਮੇਸ਼ਵਰ ਗੱਲ ਨਾ ਕਰੇ। ਜ਼ਰੂਰ ਵਚਨ ਦੇ ਵਿੱਚੋਂ ਗੱਲ ਕਰਦਾ, ਪਰ ਸੁਣਨ ਵਾਲੇ ਕੰਨ ਚਾਹੀਦੇ ਨੇ, ਧਿਆਨ ਉਹਦੀ ਆਵਾਜ਼ 'ਤੇ ਲੱਗਾ ਹੋਣਾ ਚਾਹੀਦਾ, ਤਾਂ ਪਰਮੇਸ਼ਵਰ ਤੁਹਾਡੇ ਨਾਲ ਤੁਹਾਡੇ ਹਾਲਾਤ ਦੇ ਮੁਤਾਬਕ ਗੱਲ ਕਰੇਗਾ। ਔਰ ਜਿਹੜੀ ਦੂਸਰੀ ਗੱਲ ਇਸ ਜਗ੍ਹਾ 'ਤੇ ਲਿਖੀ ਹੈ, ਉਹ ਲਿਖਿਆ ਹੈ ਇਹਦੇ ਪੰਜਾਬੀ ਦੀ ਬਾਈਬਲ ਦੇ ਵਿੱਚ ਲਿਖਿਆ ਹੈ, ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ। ਸੋ ਜਿਹੜੀ ਗੱਲ ਪਰਮੇਸ਼ਵਰ ਦੀ ਦ੍ਰਿਸ਼ਟੀ ਦੇ ਵਿੱਚ ਸਹੀ ਹੈ, ਪਹਿਲੀ ਗੱਲ ਕੀ ਹੈ, ਧਿਆਨ ਨਾਲ ਸੁਣਨਾ। ਔਰ ਫਿਰ ਲਿਖਿਆ ਜਿਹੜਾ ਕੰਮ ਪਰਮੇਸ਼ਵਰ ਦੀ ਦ੍ਰਿਸ਼ਟੀ ਦੇ ਵਿੱਚ ਸਹੀ ਹੈ ਉਹ ਅਸੀਂ ਕਰਾਂਗੇ। ਹੁਣ ਇੱਕ ਚੀਜ਼ ਹੈ, ਮੈਂ ਕਈ ਵਾਰੀ ਇਸ ਬਾਰੇ ਗੱਲ ਕੀਤੀ ਹੈ, ਫਰਜ਼ ਕਰੋ ਅਸੀਂ ਵੱਡੇ ਵੱਡੇ ਪਾਪ ਨਹੀਂ ਕਰਦੇ, ਹੈ ਨਾ, ਵੱਡੇ ਵੱਡੇ ਸਾਡੀ ਜ਼ਿੰਦਗੀ 'ਚ ਪਾਪ ਨਹੀਂ ਜਿਹਨਾਂ ਨੂੰ ਅਸੀਂ ਵੱਡੇ ਪਾਪ ਗਿਣਦੇ ਹਾਂ, ਹੈ ਨਾ, ਚੋਰੀ ਕਰਨਾ, ਹੈ ਨਾ, ਮੂਰਤੀਆਂ ਦੇ ਚੜਾਵੇ ਖਾਣਾ, ਹੈ ਨਾ, ਇੱਧਰ ਉੱਧਰ ਜਾ ਕੇ ਜਗ੍ਹਾ ਜਗ੍ਹਾ ਮੱਥੇ ਟੇਕਣੇ, ਔਰ ਕਈ ਕੁਝ ਅਸੀਂ ਸੋਚਦੇ ਵੀ ਇਹ ਵੱਡੇ ਪਾਪ ਨੇ, ਇਸ ਕਰਕੇ ਅਸੀਂ ਨਹੀਂ ਕਰਨੇ। ਪਰ ਗਾਲਾਂ ਕੱਢਣੀਆਂ ਅਸੀਂ ਛੱਡਦੇ ਨਹੀਂ, ਹੈ ਨਾ, ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ ਮਾੜਾ ਬੋਲਣਾ ਅਸੀਂ ਛੱਡਦੇ ਨਹੀਂ। ਜ਼ੁਬਾਨ ਸਾਡੀ ਸਭ ਤੋਂ ਗੰਦੀ ਹੈ ਨਾ। ਅਸੀਂ ਸੋਚਦੇ ਸੰਗਤ ਦੇ ਵਿੱਚ ਆ ਕੇ ਅਸੀਂ ਜੈਮਸੀ ਕਰਦੇ ਹਾਂ ਅਤੇ ਲੋਕ ਸਾਨੂੰ ਬੜਾ ਸੰਤ ਸਮਝਦੇ ਨਾ, ਕਿਸੇ ਨੂੰ ਨਹੀਂ ਲੱਗਦਾ ਵੀ ਅਸੀਂ ਕਿਹੋ ਜਿਹੇ। ਸਾਰੇ ਅਸੀਂ ਬਹੁਤ ਆਪਸ ਦੇ ਵਿੱਚ ਕੋਈ ਜ਼ਿਆਦਾ ਦੂਰ ਨਹੀਂ ਰਹਿੰਦੇ। ਜਿਹੜਾ ਚਿਹਰਾ ਅਸੀਂ ਲੈ ਕੇ, ਜਿਹੜਾ ਮੁਖੌਟਾ ਅਸੀਂ ਪਾ ਕੇ ਸੰਗਤ ਦੇ ਵਿੱਚ ਆਉਂਦੇ ਹਾਂ, ਔਰ ਜਦੋਂ ਘਰ ਜਾ ਕੇ ਲਾ ਦਿੰਦੇ ਹਾਂ, ਔਰ ਫਿਰ ਜਦੋਂ ਬੋਲਚਾਲ ਸਮਾਜ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਸਾਡਾ ਜਿਹੜਾ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਅਸੀਂ ਸੰਗਤ ਦੇ ਵਿੱਚ ਜਾ ਕੇ ਨਾ ਮੈਂ ਤੁਹਾਨੂੰ ਬੇਵਕੂਫ ਬਣਾ ਸਕਦਾ, ਨਾ ਤੁਸੀਂ ਮੈਨੂੰ ਬੇਵਕੂਫ ਬਣਾ ਸਕਦੇ ਜੀ। ਔਰ ਸਭ ਤੋਂ ਵੱਡੀ ਗੱਲ ਹੈ, ਮੈਂ ਹਮੇਸ਼ਾ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਇਸ ਗੱਲ ਨੂੰ ਵੇਖਿਆ, ਔਰ ਮੈਂ ਹਮੇਸ਼ਾ ਦੂਜਿਆਂ ਦੀ ਜ਼ਿੰਦਗੀ ਦਾ ਵੀ ਹਿਸਾਬ ਇਸੇ ਗੱਲ ਤੋਂ ਹੀ ਲਾਉਣਾ ਹੈ ਕਿ ਤੁਹਾਡੀ ਜ਼ਿੰਦਗੀ ਦੀ ਬਰਕਤ, ਤੁਹਾਡੀ ਜ਼ਿੰਦਗੀ 'ਚ ਜੇ ਹੈ ਨਾ, ਜੇ ਐਸੇ ਹਾਲਾਤ ਨੇ, ਉਹਨਾਂ ਤੋਂ ਪਤਾ ਲੱਗ ਜਾਂਦਾ ਵੀ ਤੁਸੀਂ ਪਰਮੇਸ਼ਵਰ ਦੇ ਵਿੱਚ ਕਿੰਨੇ ਕੁ ਇਮਾਨਦਾਰ ਜੇ, ਪਰਮੇਸ਼ਵਰ ਦੇ ਵਿੱਚ ਕਿੰਨਾ ਕੁ ਤੁਹਾਡਾ ਵਿਸ਼ਵਾਸ ਹੈ, ਕਿੰਨੀ ਕੁ ਪਰਮੇਸ਼ਵਰ ਦੀ ਗੱਲ ਦਾ ਆਦਰ ਕਰਦੇ ਜੇ, ਕਿੰਨਾ ਕੁ ਪਰਮੇਸ਼ਵਰ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਜੇ, ਕਿੰਨਾ ਕੁ ਉਹਦਾ ਡਰ ਰੱਖਦੇ ਜੇ। ਉਹ ਜ਼ਿੰਦਗੀ ਦੇ ਹਾਲਾਤਾਂ ਤੋਂ ਪਤਾ ਲੱਗ ਜਾਂਦਾ। ਸੋ ਪਰਮੇਸ਼ਵਰ ਦਾ ਵਚਨ ਸਾਫ਼ ਸਪਸ਼ਟ ਕਹਿੰਦਾ, ਪਹਿਲੀ ਗੱਲ ਧਿਆਨ ਨਾਲ ਸੁਣਨਾ, ਔਰ ਫਿਰ ਉਹ ਕਰਨਾ ਜੋ ਉਹਦੀ ਨਜ਼ਰ ਦੇ ਵਿੱਚ ਸਹੀ ਹੈ। ਦੂਸਰੀ ਗੱਲ ਜਿਹੜੀ ਅਸੀਂ ਦੇਖ ਰਹੇ ਹਾਂ, ਗਾਲਾਂ ਕੱਢਣਾ ਉਹਦੀ ਨਜ਼ਰ 'ਚ ਸਹੀ ਹੈ ਨਾ। ਆਪਣੀ ਘਰ ਵਾਲੀ ਨੂੰ, ਆਪਣੇ ਘਰ ਵਾਲੇ ਨੂੰ ਤੁੱਛ ਜਾਣਨਾ, ਔਰ ਉਹਨੂੰ ਝਾੜ ਕੇ ਸੁੱਟ ਦੇਣਾ, ਔਰ ਫਿਟਕਾਰਨਾ, ਔਰ ਉਹਦੇ ਨਾਲ ਮਾੜਾ ਉੱਚਾ ਨੀਵਾਂ ਬੋਲਣਾ, ਹੈ ਨਾ, ਕੀ ਉਹ ਪਰਮੇਸ਼ਵਰ ਦੀ ਦ੍ਰਿਸ਼ਟੀ ਦੇ ਵਿੱਚ ਸਹੀ ਹੈ? ਉਹ ਪਰਮੇਸ਼ਵਰ ਚਾਹੁੰਦਾ ਕਿ ਐਸਾ ਕਰੋ? ਔਰ ਫਿਰ ਅਸੀਂ ਕਹਿੰਦੇ ਸਾਨੂੰ ਬਰਕਤ ਨਹੀਂ ਮਿਲਦੀ, ਫਿਰ ਅਸੀਂ ਕਹਿੰਦੇ ਸਾਨੂੰ ਮੁਸ਼ਕਿਲਾਂ ਨੇ, ਫਿਰ ਅਸੀਂ ਕਹਿੰਦੇ ਸਾਡੀਆਂ ਪਰੇਸ਼ਾਨੀਆਂ ਨੇ। ਨਿੱਕੀ ਜਿਹੀ ਗੱਲ ਜਿਹੜੀ ਆ, ਅਸੀਂ ਆਪਣਾ ਸੁਧਾਰ ਕਰਨ ਲਈ ਤਿਆਰ ਨਹੀਂ, ਹੈ ਨਾ। ਜੇ ਅਸੀਂ ਸੁਧਾਰ ਕਰਨ ਲਈ ਆਪ ਇੱਛਾ ਨਹੀਂ ਹੈ ਸਾਡੇ ਮਨ 'ਚ ਕਿ ਅਸੀਂ ਸੁਧਾਰ ਕਰਨਾ ਇਸ ਗੱਲ ਦਾ, ਪਰਮੇਸ਼ਵਰ ਕੋਲੋਂ ਬਰਕਤ ਲੈਣੀ ਹੈ ਨਾ, ਔਰ ਐਸੀ ਜ਼ਿੰਦਗੀ ਪਰਮੇਸ਼ਵਰ ਨੂੰ ਜੀ ਕੇ ਵਿਖਾਉਣੀ ਜਿਸ ਤੋਂ ਖੁਸ਼ ਹੋਵੇ, ਜੇ ਅਸੀਂ ਉਹ ਕੰਮ ਕਰਨ ਲਈ ਤਿਆਰ ਨਹੀਂ, ਤਾਂ ਫਿਰ ਸਾਰੀ ਜ਼ਿੰਦਗੀ ਜੇ ਹੁਣ ਕਲਪ ਰਹੇ ਤਾਂ ਸਾਰੀ ਜ਼ਿੰਦਗੀ ਕਲਪਦੇ ਹੀ ਰਵਾਂਗੇ। ਔਰ ਤੁਹਾਡੀ ਇਮਾਨਦਾਰੀ, ਸੱਚਾਈ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਹੈ। ਸਮੱਸਿਆ ਕੀ ਹੈ ਕਿ ਜਿਹੜੀ ਮਾੜੀ ਜੀ ਸਾਡੇ 'ਚ ਚੰਗੀ ਗੱਲ ਹੁੰਦੀ, ਉਹ ਤਾਂ ਅਸੀਂ ਜਿਹੜੀ ਹੁੰਦੀ ਹੈ ਸਾਡੀ ਜ਼ਿੰਦਗੀ 'ਚ ਕੋਈ ਚੰਗਾ ਗੁਣ ਹੁੰਦਾ, ਚੰਗੀ ਗੱਲ ਹੁੰਦੀ, ਉਹ ਤਾਂ ਅਸੀਂ ਸੋਚਦੇ ਵੀ ਸਾਰਿਆਂ ਨੂੰ ਬੋਲ ਕੇ ਦੱਸੀਏ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਮੇਰੇ 'ਚ ਬੜੀ ਦੁਆ ਵਾ, ਮੇਰੇ 'ਚ ਬੜਾ ਪਰਮੇਸ਼ਵਰ ਦਾ ਡਰ ਹੈ, ਮੈਂ ਪਰਮੇਸ਼ਵਰ ਦਾ ਬੜਾ ਵਚਨ ਪੜ੍ਹਦਾ, ਮੈਨੂੰ ਪਰਮੇਸ਼ਵਰ ਦੀ ਬੜੀ ਬਾਣੀ ਯਾਦ ਹੈ, ਮੈਨੂੰ ਜ਼ਬੂਰ ਯਾਦ ਨੇ, ਮੈਨੂੰ ਆਇਤਾਂ ਯਾਦ ਨੇ, ਮੈਨੂੰ ਗੀਤ ਯਾਦ ਨੇ। ਉਹ ਅਸੀਂ ਸੋਚਦੇ ਦੂਜਿਆਂ ਨੂੰ ਦੱਸ ਦਈਏ। ਪਰ ਜਿਹੜਾ ਅਸੀਂ ਘਰ ਆ ਕੇ ਜਿਹੜਾ ਸਾਡੇ ਹਾਲਾਤ ਨੇ, ਜਿਹੜੀ ਸਾਡੀ ਬੋਲੀ ਹੈ, ਜਿਹੜੀ ਸਾਡੀ ਸੋਚ ਹੈ, ਜਾਂ ਸਮਾਜ ਦੇ ਵਿੱਚ ਜਿਹੜੀ ਸਾਡਾ ਲਾਲਚ ਹੈ, ਲੋਭ ਹੈ, ਹੇਰਾਫੇਰੀ ਹੈ, ਬੇਈਮਾਨੀ ਹੈ ਨਾ, ਉਹ ਕਿਸੇ ਤੋਂ ਛੁਪੀ ਨਹੀਂ ਹੈ। ਔਰ ਇਸ ਕਰਕੇ ਮੈਂ ਕਹਿੰਦਾ ਕਈ ਵਾਰੀ ਹੁਣ ਜਦੋਂ ਸੰਗਤ ਦੀ ਗੱਲ ਚੱਲ ਰਹੀ ਵੀ ਸੰਗਤ ਕਰਨੀ ਚਾਹੀਦੀ, ਇਸ ਕਰਕੇ ਕਿਸੇ ਵੇਲੇ ਮਨ 'ਚ ਗੁੱਸਾ ਵੀ ਇਸ ਗੱਲ ਦਾ ਆਉਂਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਤੇ ਧਿਆਨ ਦਿੰਦੇ ਨਹੀਂ, ਸੋਚਦੇ ਵੀ ਸੰਗਤ ਕਰਕੇ ਅਸੀਂ ਸੰਤ ਬਣ ਜਾਣਾ। ਸੰਗਤ ਜ਼ਰੂਰੀ ਹੈ, ਕਰਨੀ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ ਕਿ ਸਾਨੂੰ ਆਪਸ ਵਿੱਚ ਸੰਗਤ ਛੱਡਣੀ ਨਹੀਂ ਚਾਹੀਦੀ। ਪਰ ਜਦੋਂ ਹਾਲਾਤ ਐਸੇ ਨੇ, ਮੇਰਾ ਕਹਿਣ ਦਾ ਮਤਲਬ ਕੀ ਹੈ ਵੀ ਜੇ ਅਸੀਂ ਮਜਬੂਰੀ 'ਚੋਂ ਨਹੀਂ ਕਰ ਪਾ ਰਹੇ,
ਜ਼ਿੰਦਗੀ ਤਾਂ ਤੁਹਾਡੇ ਆਪਣੇ ਹੱਥ 'ਚ ਹੈ, ਸੰਗਤ ਤਾਂ ਸਾਡੇ ਹੱਥ 'ਚ ਹੈ ਨਹੀਂ ਵੀ ਅਸੀਂ ਕਰ ਸਕੀਏ ਜਾਂ ਨਾ ਕਰ ਸਕੀਏ। ਉਹ ਤਾਂ ਹਾਲਾਤਾਂ ਦੇ ਮੁਤਾਬਕ ਹੈ, ਸਰਕਾਰ ਦੇ ਮੁਤਾਬਕ ਹੈ, ਪਰ ਆਪਣੀ ਜ਼ਿੰਦਗੀ ਤਾਂ ਆਪਣੇ ਹੱਥ 'ਚ ਹੈ। ਕਿ ਬਰਕਤ ਵੀ ਤੁਸੀਂ ਸੋਚਦੇ ਵੀ ਸੰਗਤ ਦੇ ਵਿੱਚ ਆ ਕੇ ਇੱਕ ਦੂਜੇ ਨੂੰ ਬੜੀ ਜੈਮ ਸੀ ਦੀ ਕੀਤੀ, ਉੱਤੋਂ ਜਿਹੜਾ ਪਿਆਰ ਅਸੀਂ ਵਿਖਾਉਂਦੇ ਉਹ ਵਿਖਾ ਲਿਆ, ਅਤੇ ਉਹਦੇ ਨਾਲ ਸਾਨੂੰ ਬੜੀ ਬਰਕਤ ਮਿਲ ਜਾਏਗੀ। ਬਰਕਤ ਤੇ ਜ਼ਿੰਦਗੀ ਨਾਲ ਮਿਲਣੀ ਹੈ, ਉਹਦੀ ਗੱਲ ਧਿਆਨ ਨਾਲ ਸੁਣਨਾ ਮਿਲਣੀ ਹੈ, ਅਤੇ ਜੋ ਉਹਦੀ ਨਜ਼ਰ 'ਚ ਭਲਾ ਹੈ ਉਹ ਕੰਮ ਕਰਨ ਨਾਲ ਮਿਲਣੀ, ਜੋ ਜਿਹੜੀ ਜ਼ਿੰਦਗੀ ਤੋਂ ਖੁਸ਼ ਹੁੰਦਾ ਹੈ ਉਹ ਕਰਨ ਨਾਲ ਮਿਲਣੀ ਹੈ। ਜੇ ਆਪਣੀ ਜ਼ਿੰਦਗੀ 'ਚ ਅਸੀਂ ਨਿੱਕੀਆਂ ਜਿਹੀਆਂ ਗੱਲਾਂ ਦਾ ਸੁਧਾਰ ਕਰਨ ਲਈ ਤਿਆਰ ਨਹੀਂ ਹੈ, ਅਤੇ ਪਰਮੇਸ਼ਰ ਕੋਲੋਂ ਨਾ ਮੇਰੀ ਦੁਆ ਤੁਹਾਨੂੰ ਬਰਕਤ ਦਵਾਏਗੀ, ਨਾ ਤੁਹਾਡੀ ਦੁਆ, ਅਤੇ ਖੈਰ ਪਰਮੇਸ਼ਰ ਕਿੱਥੋਂ ਸੁਣੇਗਾ। ਜੇ ਅਸੀਂ ਆਪਣੀ ਜ਼ਿੰਦਗੀ 'ਚ ਐਸੇ ਐਡਜਸਟਮੈਂਟ ਕਰਨ ਲਈ ਤਿਆਰ ਨਹੀਂ ਹੈ, ਫੇਰ ਬਦਲ ਕਰਨ ਲਈ ਤਿਆਰ ਨਹੀਂ ਹੈ, ਮਾੜੀਆਂ ਗੱਲਾਂ ਨੂੰ ਪਰੇ ਕਰਨ ਲਈ ਤਿਆਰ ਨਹੀਂ ਹੈ, ਕਿਸ ਤਰ੍ਹਾਂ ਬਰਕਤ ਮਿਲ ਸਕਦੀ। ਸੋ ਜਿਹੜੀਆਂ ਇਸ ਜਗ੍ਹਾ 'ਤੇ 4 ਗੱਲਾਂ ਲਿਖੀਆਂ, 2 ਗੱਲਾਂ ਖਾਸ ਜਿਹੜੀਆਂ ਬਹੁਤ ਜ਼ਰੂਰੀ ਨੇ, ਉਹ ਪਹਿਲੀਆਂ 2 ਗੱਲਾਂ ਨੇ ਕਿ ਅਸੀਂ ਪਹਿਲੀ ਗੱਲ ਉਹਦੀ ਗੱਲ ਧਿਆਨ ਨਾਲ ਸੁਣਿਓ, ਕੀ ਤੁਹਾਨੂੰ ਕਹਿਣਾ ਚਾਹ ਰਿਹਾ ਹੈ ਨਾ, ਉਹਨੂੰ ਧਿਆਨ ਨਾਲ ਸੁਣੋ। ਪਰਮੇਸ਼ਰ ਕੀ ਕਹਿਣਾ ਚਾਹੁੰਦਾ ਸਾਨੂੰ, ਜੇ ਸੋਚੀਏ ਕਿਹੜੀ ਐਸੀ ਗੱਲ ਹੈ ਜਿਹੜੀ ਸਾਨੂੰ ਸਮਝ ਨਹੀਂ ਆਉਂਦੀ ਹੈ ਨਾ। ਹੁਣੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ 'ਚ ਐਸੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗਦੀਆਂ, ਅਤੇ ਕਿਹੜੀਆਂ ਗੱਲਾਂ ਨੇ ਜਿਹੜੀਆਂ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦੀਆਂ, ਕੀ ਤੁਹਾਨੂੰ ਪਤਾ ਨਹੀਂ? ਸਾਰੇ ਜਾਣਦੇ, ਅਸੀਂ ਸਾਰੇ ਜਾਣਦੇ ਕਿ ਪਰਮੇਸ਼ਰ ਨੂੰ ਕਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਇੱਕ ਦੂਜੇ ਨੂੰ ਮਾੜਾ ਬੋਲਣਾ ਕੀ ਪਰਮੇਸ਼ਰ ਨੂੰ ਚੰਗਾ ਲੱਗਦਾ? ਗਾਲਾਂ ਕੱਢਣੀਆਂ ਪਰਮੇਸ਼ਰ ਨੂੰ ਚੰਗੀਆਂ ਲੱਗਦੀਆਂ ਨੇ ਹੈ ਨਾ, ਹੇਰਾ ਫੇਰੀਆਂ ਪਰਮੇਸ਼ਰ ਨੂੰ ਚੰਗੀਆਂ ਲੱਗਦੀਆਂ ਨੇ। ਸਮਾਜ ਦੇ ਵਿੱਚ ਇੱਕ ਦੂਜੇ ਦੀ ਪਿੱਠ ਪਿੱਛੇ ਬੁਰਾਈ ਕਰਨਾ, ਜਾਂ ਇੱਕ ਦੂਜੇ ਦੀ ਪਿੱਠ ਪਿੱਛੇ ਹੈ ਨਾ ਨਿੰਦਿਆ ਔਰ ਹੈ ਨਾ ਉਹਨਾਂ ਦਾ ਹਮੇਸ਼ਾ ਮਾੜਾ ਹੀ ਬੋਲਣਾ ਕਿਸੇ ਦੇ ਬਾਰੇ, ਉਹ ਚੰਗਾ ਲੱਗਦਾ? ਨਹੀਂ ਚੰਗਾ ਲੱਗਦਾ। ਸੋ ਇਸ ਕਰਕੇ ਇਨਸਾਨ ਹੈ, ਜਦੋਂ ਅਸੀਂ ਬੈਠਦੇ ਹਾਂ ਕਿਸੇ ਬਾਰੇ ਗੱਲ ਹੁੰਦੀ ਵੀ ਹੈ, ਕਈ ਵਾਰੀ ਕਰਦੇ ਵੀ ਹਾਂ, ਪਰ ਹਮੇਸ਼ਾ ਦਿਮਾਗ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਵੀ ਮੈਂ ਕੈਸੀ ਗੱਲ ਕਰ ਰਿਹਾ ਹੈ ਨਾ। ਤੁਸੀਂ ਕਿਸੇ ਦੇ ਹਾਲਾਤ ਬਾਰੇ ਚਰਚਾ ਕਰ ਸਕਦੇ ਜੇ ਹੈ ਨਾ, ਕਿਸੇ ਦੇ ਕੰਮਾਂ ਕਾਰਾਂ ਬਾਰੇ ਚਰਚਾ ਕਰ ਸਕਦੇ ਜੇ, ਕਿਸੇ ਦੀ ਪਰੇਸ਼ਾਨੀ ਬਾਰੇ ਆਪਸ 'ਚ ਉਹਦੀ ਪਿੱਠ ਪਿੱਛੇ ਤੁਸੀਂ ਗੱਲ ਕਰ ਸਕਦੇ ਜੇ, ਉਹਦੇ ਲਈ ਪ੍ਰਾਰਥਨਾ ਕਰ ਸਕਦੇ ਜੇ ਹੈ ਨਾ, ਉਹਦਾ ਹੱਲ ਜੇ ਤੁਸੀਂ ਕੁਝ ਕਰ ਸਕਦੇ ਜੇ, ਉਹਦੇ ਬਾਰੇ ਗੱਲ ਕਰ ਸਕਦੇ ਜੇ, ਕੋਈ ਉਹਨੂੰ ਚੰਗੀ ਸਲਾਹ ਦੇ ਸਕਦੇ ਜੇ, ਉਹਦੇ ਬਾਰੇ ਗੱਲ ਕਰ ਸਕਦੇ ਜੇ। ਇਹਦਾ ਮਤਲਬ ਇਹ ਨਹੀਂ ਕਿ ਪਿੱਠ ਪਿੱਛੇ ਗੱਲ ਕਰਨਾ ਹਮੇਸ਼ਾ ਬੁਰਾ ਹੀ ਹੈ, ਪਰ ਗੱਲ ਕੈਸੀ ਕਰ ਰਹੇ ਤੁਸੀਂ, ਉਸ ਚੀਜ਼ ਦਾ ਧਿਆਨ ਸਾਨੂੰ ਰੱਖਣ ਦੀ ਜ਼ਰੂਰਤ ਹੈ। ਸੋ ਦੂਸਰੀ ਗੱਲ ਕੀ ਹੈ ਇਸ ਜਗ੍ਹਾ 'ਤੇ, ਉਹ ਕਰਨਾ ਜੋ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਭਲਾ। ਹੁਣ ਆਪਣੀ ਜ਼ਿੰਦਗੀ 'ਤੇ ਵਿਚਾਰ ਕਰੀਏ, ਤੁਹਾਡੀ ਜ਼ੁਬਾਨ ਤੋਂ ਐਸੀਆਂ ਗੱਲਾਂ ਨਿਕਲਦੀਆਂ ਨੇ ਜਿਹੜੀਆਂ ਪਰਮੇਸ਼ਰ ਦੀ ਨਜ਼ਰ 'ਚ ਭਲੀਆਂ ਨੇ। ਜੇ ਗਾਲਾਂ ਕੱਢਦੇ ਜੇ, ਗੰਦੀਆਂ ਗਾਲਾਂ ਜੇ ਅਸੀਂ ਕੱਢਦੇ ਹਾਂ, ਉਹ ਪਰਮੇਸ਼ਰ ਦੀ ਨਜ਼ਰ 'ਚ ਭਲੀਆਂ, ਆਪੇ ਹੀ ਸੋਚ ਲਈ। ਅਤੇ ਫਿਰ ਜਿੰਨਾ ਮਰਜ਼ੀ ਉਸੇ ਜ਼ਬਾਨ ਨਾਲ ਹਾਲੇਲੂਇਆ ਕਰੀਏ, ਜਿੰਨਾ ਮਰਜ਼ੀ ਗੀਤ ਭਜਨ ਬੋਲੀਏ, ਜਿੰਨਾ ਮਰਜ਼ੀ ਸੋਚੀਏ ਵੀ ਫਟਾਫਟ ਪਰਮੇਸ਼ਰ ਸਾਡੀ ਦੁਆ ਨੂੰ ਸੁਣ ਲੈ, ਜਿੰਨੀ ਮਰਜ਼ੀ ਲੰਮੀ ਦੁਆ ਕਰੀਏ, ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋਣਾ। ਸੋ ਇਸ ਕਰਕੇ ਵਿਚਾਰ ਕਰੀਏ, ਉਹਦੀ ਗੱਲ ਨੂੰ ਧਿਆਨ ਨਾਲ ਸੁਣਦੇ ਜੇ, ਉਹਦੀ ਜੋ ਕਹਿਣਾ ਚਾਹ ਰਿਹਾ ਉਹਦੇ 'ਤੇ ਗੌਰ ਕਰਦੇ ਜੇ, ਔਰ ਦੂਸਰੀ ਗੱਲ ਉਹ ਕਰਦੇ ਜੇ ਜੋ ਉਹਦੀ ਦ੍ਰਿਸ਼ਟੀ 'ਚ ਸਹੀ ਹੈ, ਜ਼ਿੰਦਗੀ ਕੈਸੀ ਹੈ। ਸੋ ਉਸ ਤੋਂ ਬਾਅਦ ਜਿਹੜੀ ਤੀਸਰੀ ਗੱਲ ਹੈ ਉਹ ਲਿਖਿਆ, ਜਿਹੜੀਆਂ ਉਸਦੀਆਂ ਅੱਖਾਂ ਵਿੱਚ ਪਰਮੇਸ਼ਰ ਦੀ ਆਵਾਜ਼ ਸੁਣੋਗੇ, ਜਿਹੜਾ ਉਸਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ। ਔਰ ਤੀਸਰੀ ਗੱਲ ਲਿਖੀ ਹੈ, ਔਰ ਉਸਦੇ ਹੁਕਮਾਂ ਉੱਤੇ ਕੰਨ ਲਾਓਗੇ। ਪਰਮੇਸ਼ਰ ਨੇ ਆਪਣੇ ਹੁਕਮ ਵਚਨ ਦੇ ਵਿੱਚ ਦਿੱਤੇ। ਜੇ ਅਸੀਂ ਗੌਰ ਕਰੀਏ, ਕੂਚ ਦੀ ਕਿਤਾਬ ਦੇ ਵਿੱਚ 10 ਹੁਕਮ ਜਿਹੜੇ 20 ਅਧਿਆਏ ਦੇ ਵਿੱਚ ਪਰਮੇਸ਼ਰ ਨੇ ਦਿੱਤੇ ਨੇ, ਕੂਚ ਦੀ ਕਿਤਾਬ, ਔਰ ਉਹਦੇ ਵਿੱਚ ਜਿਹੜੇ 10 ਹੁਕਮ ਦਿੱਤੇ ਨੇ 20 ਅਧਿਆਏ, ਉਹਦੇ 10 ਹੁਕਮ ਉਸ ਅਧਿਆਏ ਦੇ ਵਿੱਚ ਜਿਹੜੇ ਪਰਮੇਸ਼ਰ ਨੇ ਦਿੱਤੇ ਨੇ। ਕੀ ਨੇ ਪਰਮੇਸ਼ਰ ਦੇ ਹੁਕਮ ਹੈ ਨਾ, ਇਹ ਤੁਸੀਂ ਆਪਣੇ ਜਦੋਂ ਤੁਹਾਨੂੰ ਟਾਈਮ ਮਿਲੇ ਤੁਸੀਂ ਇਹ ਪਰਮੇਸ਼ਰ ਦੇ ਹੁਕਮ ਪੜ੍ਹ ਸਕਦੇ ਜੀ। ਸੋ ਪਰਮੇਸ਼ਰ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤੇ ਕਿ ਤੁਸੀਂ ਕੀ ਹੈ, ਮੇਰੇ ਇਹਨਾਂ ਹੁਕਮਾਂ ਦੀ ਪਾਲਣਾ ਕਰਨੀ, ਹਮੇਸ਼ਾ ਇਹਨਾਂ ਦੇ ਉੱਤੇ ਚੱਲਣਾ, ਆਪਣੇ ਬੱਚਿਆਂ ਨੂੰ ਸਿਖਾਉਣੇ ਨੇ। ਸੋ ਪਰਮੇਸ਼ਰ ਨੇ ਕੁਝ ਫਿਕਸ ਹੁਕਮ ਜਿਹੜੇ ਉਹ 10 ਸੀ ਉਹ ਪਰਮੇਸ਼ਰ ਨੇ ਦਿੱਤੇ। ਉਹਦੇ ਇਲਾਵਾ ਵੀ ਪਰਮੇਸ਼ਰ ਨੇ ਹੋਰ ਕਈ ਗੱਲਾਂ ਆਖੀਆਂ ਜਿਨ੍ਹਾਂ 'ਤੇ ਅਸੀਂ ਅੱਗੇ ਵਿਚਾਰ ਕਰਾਂਗੇ। ਸੋ ਪਰਮੇਸ਼ਰ ਕਹਿੰਦਾ ਉਹਨਾਂ ਹੁਕਮਾਂ ਦੇ ਵਿੱਚ ਕੀ ਹੈ, ਧਿਆਨ ਨਾਲ ਪੜ੍ਹਿਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਕੀ ਲਿਖਿਆ ਉਸ ਜਗ੍ਹਾ 'ਤੇ, ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਹੈ ਨਾ। ਜੇ ਅਸੀਂ ਇਕੱਲੇ ਤੇ ਜਾਵਾਂਗੇ ਤਾਂ ਬਹੁਤ ਟਾਈਮ ਲੱਗੇਗਾ, ਪਰ ਕੁਝ ਖਾਸ ਹੁਕਮ ਜਿਹੜੇ ਉਹਨਾਂ 'ਚੋਂ ਗੱਲ ਕਰਾਂਗੇ। ਉਹ 10 ਹੁਕਮ ਕੀ ਨੇ? ਆਪਣੇ ਮਾਂ ਪਿਓ ਦਾ ਆਦਰ ਕਰਨਾ। ਹੁਣ ਪਹਿਲਾਂ ਤਾਂ ਆਪਣੀ ਜ਼ਿੰਦਗੀ 'ਚ ਇਹ ਝਾਤੀ ਮਾਰ ਲਈਏ ਹੈ ਨਾ, ਇਹ ਤਾਂ ਨਿੱਕੀ ਜਿਹੀ ਗੱਲ, ਕੋਈ ਐਸੀ ਗੱਲ ਨਹੀਂ ਕਿ ਪਰਮੇਸ਼ਰ ਉੱਤਰ ਕੇ ਤੁਹਾਨੂੰ ਦੱਸ ਕੇ ਜਾਵੇ। ਇਹ ਤਾਂ ਸਾਨੂੰ ਆਪ ਨੂੰ ਹੀ ਪਤਾ ਵੀ ਆਪਣੇ ਮਾਂ ਪਿਓ ਦਾ, ਭਾਵੇਂ ਬਜ਼ੁਰਗ ਨੇ ਅਤੇ ਭਾਵੇਂ ਤੁਹਾਡੇ ਮਾਂ ਪਿਓ ਅਜੇ ਤੁਸੀਂ ਛੋਟੇ ਜਿਹੇ ਮਾਂ ਪਿਓ ਹੈ ਨਾ, ਅਜੇ ਬਜ਼ੁਰਗ ਨਹੀਂ ਨੇ, ਹਰ ਹਾਲਤ ਦੇ ਵਿੱਚ ਆਪਣੇ ਮਾਂ ਪਿਓ ਦਾ ਕੀ ਲਿਖਿਆ? ਆਦਰ ਕਰਨਾ। ਔਰ ਜੇ ਹੁਣ ਤੁਹਾਡਾ ਮਾਂ ਪਿਓ ਤੁਹਾਡੇ ਕੋਲ ਨਹੀਂ ਹੈ ਤਾਂ ਤੁਹਾਡਾ ਸੱਸ ਸਹੁਰਾ ਤੁਹਾਡੇ ਮਾਂ ਪਿਓ ਹੈ ਨਾ। ਜੇ ਤੁਹਾਡਾ ਮਾਂ ਪਿਓ
इस दुनिया 'ਚ ਹੈ ਹਮੇਸ਼ਾ, ਜਦੋਂ ਤੱਕ ਪਰਮੇਸ਼ਰ ਉਹਨਾਂ ਨੂੰ ਲੰਮੀ ਉਮਰ ਦੇਵੇ, ਜਦੋਂ ਤੱਕ ਇਸ ਦੁਨੀਆ 'ਚ ਨੇ ਸਾਡਾ ਫਰਜ਼ ਬਣਦਾ ਉਹਨਾਂ ਦਾ ਆਦਰ ਕਰਨਾ। ਜੋ ਨਹੀਂ ਨੇ ਸਾਡੇ ਸੱਸ ਸਹੁਰਾ ਜਿਨ੍ਹਾਂ ਦਾ ਸਾਨੂੰ ਆਪਣੇ ਮਾਂ ਪਿਓ ਦੇ ਥਾਂ ਆਦਰ ਦੇਣਾ ਚਾਹੀਦਾ। ਸੋ ਕਹਿਣ ਦਾ ਮਤਲਬ ਕੀ ਹੈ ਕਿ ਹੁਕਮ ਨੂੰ ਪੂਰਾ ਕਰਨ ਦੀ ਗੱਲ ਹੈ। ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਹਾਂ ਤੁਸੀਂ ਤੁਹਾਡੀ ਜ਼ਿੰਦਗੀ ਸਹੀ ਨਹੀਂ ਅਤੇ ਤੁਸੀਂ ਮਾਂ ਪਿਓ ਦਾ ਆਦਰ ਨਹੀਂ ਕਰਦੇ, ਤੁਸੀਂ ਸੱਸ ਸਹੁਰੇ ਦਾ ਆਦਰ ਨਹੀਂ ਕਰਦੇ। ਮੇਰਾ ਉਹ ਮਤਲਬ ਨਹੀਂ, ਉਹ ਆਪੋ ਆਪਣੇ ਹਾਲਾਤ ਨੇ, ਸਾਰੇ ਬਿਹਤਰ ਜਾਣਦੇ ਨੇ। ਪਰ ਜੋ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ, ਸਾਨੂੰ ਆਪਣੇ ਮਾਂ ਪਿਓ ਦਾ ਆਦਰ ਕਰਨਾ ਚਾਹੀਦਾ। ਸੋ ਇੱਕ ਇਹ ਹੁਕਮ ਹੈ। ਦੂਸਰਾ ਹੁਕਮ ਹੈ ਚੋਰੀ ਨਹੀਂ ਕਰਨੀ, ਹੈ ਨਾ। ਹੁਣ ਚੋਰੀ ਹੋ ਸਕਦਾ ਅਸੀਂ ਪੈਸੇ ਦੀ ਨਾ ਕਰਦੇ ਹੋਈਏ, ਬੱਤੀ ਦੀ ਕਰ ਲਈਏ, ਹੈ ਨਾ। ਬੱਤੀ ਦੀ ਨਾ ਕਰਦੇ ਹੋਈਏ, ਉਸ ਤਰ੍ਹਾਂ ਸਾਨੂੰ ਕਿਤੇ ਘਰ ਦੇ ਵਿੱਚ 10 ਰੁਪਏ ਲੱਭ ਕੇ ਪਏ ਅਤੇ ਉਹ ਅਸੀਂ ਸੋਚੀਏ ਵੀ ਜੇਬ 'ਚ ਪਾ ਲੈਂਦੇ ਹਾਂ ਅਤੇ ਕਿਸੇ ਨੂੰ ਪਤਾ ਹੀ ਨਾ ਲੱਗੇ। ਸੋ ਚੋਰੀ ਕਈ ਤਰ੍ਹਾਂ ਦੀ ਹੈ। ਤੁਹਾਡਾ ਬੱਚਾ ਸਕੂਲੋਂ ਪੈਨਸਲ ਲੈ ਕੇ ਆ ਗਿਆ, ਤੁਹਾਨੂੰ ਪਤਾ ਵੀ ਮੈਂ ਤਾਂ ਇਹਨੂੰ ਲੈ ਕੇ ਦਿੱਤੀ ਨਹੀਂ, ਅਤੇ ਜੇ ਤੁਸੀਂ ਉਹਨੂੰ ਪੁੱਛਦੇ ਨਹੀਂ ਅਤੇ ਉਹਨੂੰ ਡੱਕਦੇ ਨਹੀਂ, ਅਤੇ ਉਹ ਵੀ ਤੁਸੀਂ ਉਸ ਚੋਰੀ 'ਚ ਬਰਾਬਰ ਦੇ ਹੀ ਹਿੱਸੇਦਾਰ ਜੀ, ਹੈ ਨਾ। ਛੋਟੀ ਤੋਂ ਛੋਟੀ ਗੱਲ ਵੀ ਜਿਹੜੀ ਹੈ, ਜੋ ਤੁਹਾਨੂੰ ਪਤਾ ਹੈ ਕਿ ਇਸ ਗੱਲ ਦੇ ਵਿੱਚ ਇਹ ਗਲਤ ਹੈ ਨਾ, ਇਹ ਗੜਬੜੀ ਹੈ, ਅਤੇ ਉਹ ਕੀ ਹੈ, ਉਹ ਚੋਰੀ ਹੈ। ਤੁਹਾਡਾ ਫਰਜ਼ ਬਣਦਾ ਹੈ ਉਸ ਚੀਜ਼ ਨੂੰ ਸਮਝਣ ਦਾ ਔਰ ਉਸ ਚੀਜ਼ 'ਤੇ ਅਮਲ ਕਰਨ ਦਾ। ਪਰਮੇਸ਼ਰ ਨੇ 10 ਹੁਕਮ ਦਿੱਤੇ ਨੇ, ਬੜਾ ਉਹਦੇ ਵਿੱਚ ਲਿਖਿਆ ਤੇਰੇ ਸਨਮੁਖ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ, ਹੈ ਨਾ, ਮੂਰਤੀਆਂ ਅੱਗੇ ਮੱਥਾ ਨਾ ਟੇਕ, ਕਈ ਚੀਜ਼ਾਂ ਉਹਦੇ 'ਚ ਲਿਖੀਆਂ ਜੇ ਤੁਸੀਂ 10 ਹੁਕਮਾਂ ਨੂੰ ਪੜ੍ਹੋ। ਸੋ ਪਰਮੇਸ਼ਰ ਉਹਨਾਂ ਹੁਕਮਾਂ ਬਾਰੇ ਇਹ ਗੱਲ ਕਰਦਾ ਕਿ ਉਹ ਸਾਡੀ ਜ਼ਿੰਦਗੀ 'ਚ ਸਾਨੂੰ ਉਹਨਾਂ ਉੱਤੇ ਚੱਲਣਾ ਚਾਹੀਦਾ। ਪਰਮੇਸ਼ਰ ਨੇ ਜਿਹੜੀ ਉਹ ਹੁਕਮ ਦਿੱਤੇ ਕਾਹਦੇ ਲਈ, ਤਾਂ ਕਿ ਅਸੀਂ ਮੰਨੀਏ ਅਤੇ ਸਾਡੀ ਜ਼ਿੰਦਗੀ 'ਚ ਉਹਦੀ ਬਰਕਤ ਹੋਵੇ। ਉਹ ਤਾਂ 10 ਜਿਹੜੇ ਫਿਕਸ ਹੁਕਮ ਹੋ ਗਏ ਪਰਮੇਸ਼ਰ ਦੇ, ਉਹ ਉਹਨੇ ਦਿੱਤੇ ਨੇ। ਔਰ ਉਸ ਤੋਂ ਇਲਾਵਾ ਵੀ ਜਿਹੜੀ ਚੌਥੀ ਗੱਲ ਇਸ ਜਗ੍ਹਾ 'ਤੇ ਲਿਖੀ ਹੈ, ਫਿਰ ਲਿਖਿਆ ਤੁਸੀਂ ਉਹ ਕਰੋਗੇ ਔਰ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ, ਜਿਹੜੇ ਹੁਕਮ ਆਪਾਂ ਗੱਲ ਕੀਤੀ ਹੈ। ਔਰ ਫਿਰ ਲਿਖਿਆ ਔਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ। ਹੁਕਮਾਂ ਤੋਂ ਇਲਾਵਾ ਪਰਮੇਸ਼ਰ ਨੇ ਹੋਰ ਬੜੇ ਨਿਯਮ ਦਿੱਤੇ, ਹੈ ਨਾ। ਬਹੁਤ ਕੁਝ ਅੱਗੇ ਜਾ ਕੇ ਜੇ ਤੁਸੀਂ ਪੜ੍ਹੋ ਲੇਵੀਆਂ ਦੀ ਕਿਤਾਬ ਦੇ ਵਿੱਚ ਵੀ ਪਰਮੇਸ਼ਰ ਨੇ ਬਹੁਤ ਜ਼ਿਆਦਾ ਨਿਯਮ ਵੀ ਦਿੱਤੇ ਆਪਣੇ ਲੋਕਾਂ ਨੂੰ, ਹੈ ਨਾ। ਆਪਣੇ ਗੁਆਂਢੀਆਂ ਬਾਰੇ ਨਿਯਮ ਦਿੱਤੇ ਪਰਮੇਸ਼ਰ ਨੇ ਕਿ ਤੁਹਾਡੇ ਜਿਹੜੇ ਗੁਆਂਢੀ ਉਹਨਾਂ ਨਾਲ ਤੁਹਾਡਾ ਵਿਹਾਰ ਕੈਸਾ ਹੋਣਾ ਚਾਹੀਦਾ ਹੈ। ਤੁਹਾਡੇ ਜਿਹੜੇ ਜਾਨਵਰ ਤੁਸੀਂ ਰੱਖੇ ਨੇ ਜਾਂ ਤੁਹਾਡੇ ਕੋਲ ਜੇ ਕਿਸੇ ਦਾ ਜਾਨਵਰ ਮਰ ਜੇ, ਬੜੀਆਂ ਚੀਜ਼ਾਂ ਪਰਮੇਸ਼ਰ ਨੇ ਉਹ ਨਿਯਮ ਦਿੱਤੇ। ਪਰ ਹੁਣ ਪਰਮੇਸ਼ਰ ਸਾਨੂੰ ਉਹਨਾਂ ਨਿਯਮਾਂ 'ਚ ਨਹੀਂ ਬੰਨ੍ਹਦਾ, ਪਰ ਉਹ ਗੱਲਾਂ ਪਰਮੇਸ਼ਰ ਦੀ ਦ੍ਰਿਸ਼ਟੀ 'ਚ ਅੱਜ ਵੀ ਸਹੀ ਨੇ। ਇਹ ਹੁਕਮ ਸੀ ਪਰਮੇਸ਼ਰ ਦੇ। ਔਰ ਉਸ ਤੋਂ ਇਲਾਵਾ ਜਿਹੜੇ ਅਸੀਂ ਦਸਵੰਧ ਦਿੰਦੇ ਪਰਮੇਸ਼ਰ ਦੇ ਚਰਨਾਂ 'ਚ, ਜਿਹੜੇ ਅਸੀਂ ਵਰਤ ਰੱਖਦੇ ਪਰਮੇਸ਼ਰ ਨੇ ਕਿਹਾ ਵਰਤ ਰੱਖਣੇ ਹੈ ਨਾ। ਔਰ ਦਸਵੰਧ ਦਾ ਪਰਮੇਸ਼ਰ ਨੇ ਨਿਯਮ ਬਣਾਇਆ, ਆਪਣੇ ਗੁਆਂਢੀਆਂ ਦੇ ਨਾਲ ਪਿਆਰ ਕਰਨ ਦਾ ਪਰਮੇਸ਼ਰ ਨੇ ਨਿਯਮ ਬਣਾਇਆ, ਹੈ ਨਾ। ਉਹ ਹੁਕਮ ਵੀ ਇਹਦੇ ਬਾਰੇ ਦਿੱਤਾ। ਔਰ ਉਸ ਦੇ ਨਾਲ ਨਾਲ ਵੀ ਹੋਰ ਪਰਮੇਸ਼ਰ ਨੇ ਕਈ ਨਿਯਮ, ਜਿਹੜੇ ਸੰਗਤ ਕਰਨ ਦਾ ਨਿਯਮ ਬਣਾਇਆ, ਪ੍ਰਾਰਥਨਾ ਦਾ ਨਿਯਮ ਬਣਾਇਆ। ਉਹ ਸਾਰੇ ਨਿਯਮ ਨੇ, ਵਿਧੀਆਂ ਨੇ ਜਿਹੜੀਆਂ ਪਰਮੇਸ਼ਰ ਨੇ ਸਾਨੂੰ ਦਿੱਤੀਆਂ। ਸੋ ਹੁਕਮਾਂ ਤੋਂ ਇਲਾਵਾ ਉਹ ਚੀਜ਼ਾਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਅਤੇ ਜੇ ਉਹ ਨਹੀਂ ਨੇ ਤਾਂ ਫਿਰ ਤਾਂ ਦੁਖੀ ਰਹਿਣਾ ਨਾ, ਫਿਰ ਤਾਂ ਪਰੇਸ਼ਾਨ ਹੀ ਰਹਿਣਾ। ਉਹਦੀ ਗੱਲ ਦੀ ਤਾਂ ਕੋਈ ਕਦਰ ਹੈ ਨਹੀਂ, ਨਾ ਉਹਦੇ ਹੁਕਮਾਂ ਦੀ ਕਦਰ ਹੈ, ਨਾ ਉਹ ਜਿਹੜੀ ਸਾਡੇ ਨਾਲ ਗੱਲ ਕਰਦਾ, ਨਾ ਅਸੀਂ ਸਾਡੇ ਉਹ ਐਸੇ ਕੰਨ ਨੇ ਵੀ ਅਸੀਂ ਉਹਦੀ ਗੱਲ ਨੂੰ ਸਮਝ ਲਈਏ, ਸੁਣ ਲਈਏ। ਬੈਠੇ ਪਰਮੇਸ਼ਰ ਦੇ ਚਰਨਾਂ 'ਚ, ਧਿਆਨ ਸਾਡਾ ਸਾਰੀ ਦੁਨੀਆ 'ਚ ਘੁੰਮੀ ਜਾਂਦਾ ਹੈ। ਅਤੇ ਜਦੋਂ ਕੋਈ ਐਸੀ ਗੰਭੀਰਤਾ ਹੀ ਨਹੀਂ ਹੈ ਪਰਮੇਸ਼ਰ ਦੇ ਬਾਰੇ, ਅਤੇ ਫਿਰ ਬਰਕਤ ਕਾਹਦੀ ਲੱਭਦੇ ਹਾਂ, ਹੈ ਨਾ। ਫਿਰ ਪਰਮੇਸ਼ਰ ਦੇ ਘਰ ਦੇ ਵਿੱਚ ਅਸੀਂ ਆਉਂਦੇ ਹਾਂ, ਫਿਰ ਅਸੀਂ ਸਿਰਫ ਜਗ੍ਹਾ ਹੀ ਘੇਰਦੇ ਹਾਂ, ਕੋਈ ਪਰਮੇਸ਼ਰ ਨਾਲ ਸਾਡਾ ਸਰੋਕਾਰ ਹੈ ਨਹੀਂ ਆ। ਔਰ ਦੁਖੀ ਰਵਾਂਗੇ, ਦੂਜਿਆਂ ਲਈ ਇੱਕ ਮਾੜੀ ਗਵਾਹੀ ਬਣ ਕੇ ਰਵਾਂਗੇ। ਕਿਉਂਕਿ ਜਦੋਂ ਲੋਕ ਤੁਹਾਨੂੰ ਵੇਖਣਗੇ ਅਤੇ ਲੋਕਾਂ ਨੇ ਕਹਿਣਾ ਵੀ ਇਹ ਮੰਨ ਕੇ ਇਹਨੂੰ ਮਿਲਿਆ ਕੀ। ਉਹਨਾਂ ਨੂੰ ਅੰਦਰ ਦੀ ਗੱਲ ਨਹੀਂ ਪਤਾ ਕਿ ਇਹਨੂੰ ਮਿਲਿਆ ਕਿਉਂ ਨਹੀਂ ਹੈ। ਇਹ ਨਹੀਂ ਕਹਿੰਦੇ ਵੀ ਮੰਨ ਕੇ ਇਹਨੂੰ ਕੀ ਮਿਲਿਆ। ਉਹਨਾਂ ਨੇ ਜੋ ਤੁਹਾਡੇ ਹਾਲਾਤ ਵੇਖਣੇ ਉਹਦੇ ਹਿਸਾਬ ਨਾਲ ਉਹਨਾਂ ਨੇ ਗੱਲ ਕਰਨੀ। ਪਰ ਸਾਨੂੰ ਜਿਹੜੇ ਅਸੀਂ ਅੰਦਰ ਦੇ ਲੋਕ ਹੈ, ਜਾਂ ਤੁਸੀਂ ਆਪ ਜੇ, ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਵੀ ਮੈਨੂੰ ਪਰਮੇਸ਼ਰ ਨੂੰ ਮੰਨ ਕੇ ਮਿਲਿਆ ਕੀ। ਇਹ ਸਵਾਲ ਨਹੀਂ, ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਵੀ ਮੈਨੂੰ ਮਿਲਿਆ ਕਿਉਂ ਨਹੀਂ। ਸਵਾਲ ਇਹ ਹੋਣਾ ਚਾਹੀਦਾ ਹੈ ਕਿ ਮਿਲਿਆ ਕਿਉਂ ਨਹੀਂ, ਔਰ ਉਹਦੀ ਵਜ੍ਹਾ ਆਪਣੇ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ। ਇਹ ਸਾਇਦ ਦੇ ਵਿੱਚ ਜਿਹੜੀਆਂ 4 ਗੱਲਾਂ ਲਿਖੀਆਂ ਪਰਮੇਸ਼ਰ ਸਾਫ਼ ਸਪਸ਼ਟ ਕਹਿੰਦਾ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚ ਹੋਣੀਆਂ ਚਾਹੀਦੀਆਂ। ਉਹਦੇ ਹੁਕਮ ਔਰ ਉਹਦੀਆਂ ਵਿਧੀਆਂ, ਜਿਹੜੇ ਨਿਯਮ ਵੀ ਪਰਮੇਸ਼ਰ ਨੇ ਠਾਏ ਨੇ, ਜਿਹੜੇ ਅਸੀਂ ਗੱਲ ਕਰਦੇ ਹਾਂ ਕਿ ਗਾਲਾਂ ਨਹੀਂ ਕੱਢਣੀਆਂ, ਹੈ ਨਾ, ਚੁਗਲੀ ਨਿੰਦਿਆ ਨਹੀਂ ਕਰਨੀ, ਚੋਰੀ ਨਹੀਂ ਕਰਨੀ, ਇਹ ਹੁਕਮਾਂ ਦੇ ਵਿੱਚ ਵੀ ਹੈ। ਔਰ ਹੈ ਨਾ, ਕਈ ਨਿਯਮ ਪਰਮੇਸ਼ਰ ਨੇ ਜਿਹੜੇ ਬਣਾਏ ਨੇ, ਉਹਨਾਂ ਨੂੰ ਮੰਨਣਾ ਸਾਡਾ ਫਰਜ਼ ਬਣਦਾ ਹੈ। ਔਰ ਉਹ ਸਾਡੇ ਭਲੇ ਲਈ ਨੇ, ਹੈ ਨਾ, ਉਹ ਸਾਡੇ ਭਲੇ ਵਾਸਤੇ ਪਰਮੇਸ਼ਰ ਨੇ ਦਿੱਤੇ। ਅਤੇ ਜਦੋਂ ਅਸੀਂ ਇਹ 4 ਗੱਲਾਂ ਸਾਡੀ ਜ਼ਿੰਦਗੀ 'ਚ ਹੋਣਗੀਆਂ, ਹੈ ਨਾ, ਕਿਹੜੀ ਗੱਲ, ਪਰਮੇਸ਼ਰ ਦੀ ਦ੍ਰਿਸ਼ਟੀ 'ਚ ਪਰਮੇਸ਼ਰ ਦੀ ਗੱਲ ਨੂੰ ਧਿਆਨ ਨਾਲ ਸੁਣਨਾ। ਔਰ ਫਿਰ ਲਿਖਿਆ ਜੋ ਉਹਦੀਆਂ ਅੱਖਾਂ 'ਚ ਨਜ਼ਰ 'ਚ ਭਲਾ ਉਹ ਕਰਨਾ, ਜੋ ਉਹਨੂੰ ਪਸੰਦ ਆਉਂਦੀ ਜ਼ਿੰਦਗੀ ਵੈਸੀ ਜ਼ਿੰਦਗੀ ਜੀਣੀ। ਔਰ ਫਿਰ ਉਹਦੇ ਹੁਕਮਾਂ ਉੱਤੇ ਚੱਲਣਾ, ਜਿਹੜੇ ਉਹਨੇ ਹੁਕਮ ਦਿੱਤੇ ਨੇ ਉਹਨਾਂ ਨੂੰ ਪੜ੍ਹੀਏ। ਕੂਚ ਦੀ ਕਿਤਾਬ 20 ਅਧਿਆਏ ਦੇ ਵਿੱਚ ਲਿਖਿਆ, ਉਹਨਾਂ 'ਤੇ ਗੌਰ ਕਰੀਏ। ਔਰ ਫਿਰ ਜਿਹੜੇ ਨਿਯਮ ਪਰਮੇਸ਼ਰ ਸਾਨੂੰ ਦਿੰਦਾ ਹੈ, ਨਿਯਮਾਂ 'ਚ ਬੰਨ੍ਹਦਾ ਨਹੀਂ, ਇਹ ਵੀ ਗੱਲ ਧਿਆਨ 'ਚ ਰੱਖੀਏ। ਇਹਨਾਂ ਪਰਮੇਸ਼ਰ ਨੇ ਜਿਹੜੇ ਵਿਧੀਆਂ ਨਿਯਮ ਦਿੱਤੇ ਨੇ, ਜਿਨ੍ਹਾਂ 'ਚ ਸਾਡਾ ਭਲਾ ਹੈ। ਕਹਿੰਦਾ ਆਪਣੇ ਬੱਚਿਆਂ ਨੂੰ ਮੇਰੇ ਨਿਯਮ ਵਿਧੀਆਂ ਸਿਖਾਓ। ਬੱਚਿਆਂ ਨੂੰ ਚੰਗੀਆਂ ਗੱਲਾਂ ਜਿਹੜੀਆਂ ਅਸੀਂ ਪਰਮੇਸ਼ਰ ਦੀਆਂ ਸਿਖਾਉਂਦੇ, ਉਹ ਸਭ ਉਹਦੀਆਂ ਵਿਧੀਆਂ ਨੇ। ਸੋ ਜਦੋਂ ਉਹ ਕਰਦੇ ਹਾਂ ਤਾਂ ਉਹਦੀ ਬਰਕਤ ਸਾਨੂੰ ਮਿਲਦੀ ਹੈ, ਸਾਡੇ ਬੱਚਿਆਂ ਨੂੰ ਮਿਲਦੀ ਹੈ, ਸਾਡੇ ਖਾਨਦਾਨ ਨੂੰ ਮਿਲਦੀ ਹੈ।
ਸੋ ਇਹਨਾਂ 4 ਗੱਲਾਂ 'ਤੇ ਗੌਰ ਕਰੀਏ, ਔਰ ਫਿਰ ਜਦੋਂ ਅਸੀਂ ਇਹਨਾਂ 'ਤੇ ਕਰਾਂਗੇ, ਇਹਨਾਂ ਗੱਲਾਂ ਦੇ ਉੱਤੇ ਚੱਲਾਂਗੇ, ਇਹਨਾਂ ਗੱਲਾਂ 'ਤੇ ਗੌਰ ਕਰਾਂਗੇ, ਅਤੇ ਫਿਰ ਪਰਮੇਸ਼ਰ ਕੀ ਕਹਿੰਦਾ, ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ 'ਤੇ ਪਾਈਆਂ ਉਹ ਤੁਹਾਡੇ ਉੱਤੇ ਨਹੀਂ ਪਾਵਾਂਗੇ, ਕਿ ਜੋ ਮੈਂ ਯਹੋਵਾ ਤੁਹਾਨੂੰ ਨਿਰਵਾਹ ਕਰਨ ਵਾਲਾ। ਮਤਲਬ ਕੀ ਹੈ, ਬਿਮਾਰੀਆਂ, ਮੁਸ਼ਕਲਾਂ, ਪਰੇਸ਼ਾਨੀਆਂ ਜਿਹੜੀਆਂ ਬਾਕੀਆਂ ਲੋਕਾਂ 'ਤੇ ਨੇ, ਆਮ ਦੁਨੀਆ 'ਤੇ ਨੇ, ਪਰਮੇਸ਼ਰ ਕਹਿੰਦਾ ਜੇ ਤੁਸੀਂ ਇਹਨਾਂ ਗੱਲਾਂ ਨੂੰ ਕਰੋਗੇ ਤਾਂ ਮੈਂ ਤੁਹਾਡੀ ਜ਼ਿੰਦਗੀ 'ਚ ਉਹ ਮੁਸ਼ਕਲਾਂ ਨਹੀਂ ਆਉਣ ਦਿਆਂਗਾ, ਤੁਹਾਨੂੰ ਬਿਮਾਰੀਆਂ ਤੋਂ ਬਚਾਵਾਂਗਾ, ਤੁਹਾਡੇ ਕਰਜ਼ੇ ਦੂਰ ਕਰਾਂਗਾ, ਤੁਹਾਡੀਆਂ ਪਰੇਸ਼ਾਨੀਆਂ ਦੂਰ ਕਰਾਂਗਾ, ਤੁਹਾਨੂੰ ਸ਼ਾਂਤੀ ਦਿਆਂਗਾ, ਖੁਸ਼ੀ ਦਿਆਂਗਾ, ਤਰੱਕੀ ਦਿਆਂਗਾ। ਉਹ ਸਾਰਾ ਕੁਝ ਉਦੋਂ ਹੈ ਜਦੋਂ ਇਹ 4 ਗੱਲਾਂ ਸਾਡੀ ਜ਼ਿੰਦਗੀ 'ਚ ਹੁੰਦੀਆਂ ਨੇ। ਹੁਣ ਇੱਕ ਗੱਲ ਬੜੀ ਖਾਸ ਮੈਂ ਜਿਹਦੇ 'ਤੇ ਗੱਲ ਕਰਨਾ ਚਾਹੁੰਦਾ 1 ਮਿੰਟ ਵਾਸਤੇ, ਇਹਦੇ 'ਚ ਹੁਣ ਮੈਂ ਕਦੀ ਇਹ ਗੱਲ ਨਹੀਂ ਕਹਿੰਦਾ ਕਿ ਪ੍ਰਾਰਥਨਾ ਕਰਨਾ ਮਾੜੀ ਗੱਲ ਹੈ, ਦਸਵੰਧ ਦੇਣਾ ਗਲਤ ਹੈ, ਜਾਂ ਸੰਗਤ ਕਰਨਾ ਮਾੜੀ ਗੱਲ ਹੈ, ਕੋਈ ਐਸੀ ਕਦੀ ਮੈਂ ਐਸੇ ਨਹੀਂ ਕਿਹਾ। ਪ੍ਰਾਰਥਨਾ ਜ਼ਰੂਰੀ ਹੈ, ਸੰਗਤ ਜ਼ਰੂਰੀ ਹੈ, ਦਸਵੰਧ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਪਰਮੇਸ਼ਰ ਕੋਲੋਂ ਬਰਕਤ ਲੈਣੀ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਪਰ ਇਸ ਜਗ੍ਹਾ 'ਤੇ ਪਰਮੇਸ਼ਰ ਨੇ ਉਹ ਗੱਲਾਂ ਕਿਉਂ ਨਹੀਂ ਕਹਿ ਦਿੱਤੀਆਂ? ਕਿਉਂਕਿ ਉਹ ਸਾਡਾ ਆਪਣਾ ਫਰਜ਼ ਹੈ, ਔਰ ਉਹ ਪਰਮੇਸ਼ਰ ਚਾਹੁੰਦਾ ਕਿ ਅਸੀਂ ਉਹਨੂੰ ਕਰੀਏ। ਉਹ ਵਿਧੀਆਂ ਦੇ ਵਿੱਚ ਨੇ ਕਿ ਅਸੀਂ ਪਰਮੇਸ਼ਰ ਦੇ ਨਾਲ ਜੁੜਨ ਲਈ ਪ੍ਰਾਰਥਨਾ ਵੱਧ ਤੋਂ ਵੱਧ ਕਰੀਏ, ਵਚਨ ਵੱਧ ਤੋਂ ਵੱਧ ਪੜ੍ਹੀਏ, ਔਰ ਵਰਤ ਰੱਖੀਏ, ਸੰਗਤ ਕਰੀਏ, ਦਸਵੰਧ ਦਈਏ। ਇਹ ਸਾਰੀਆਂ ਚੀਜ਼ਾਂ ਪਰਮੇਸ਼ਰ ਸਾਨੂੰ ਚਾਹੁੰਦਾ ਕਿ ਅਸੀਂ ਕਰੀਏ। ਪਰ ਉਹਨਾਂ ਤੋਂ ਵੀ ਵੱਧ ਕੇ ਜ਼ਰੂਰੀ ਕੀ ਹੈ? ਜੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਔਰ ਬਹੁਤ ਖਾਸ ਹੁੰਦੀਆਂ ਤਾਂ ਪਰਮੇਸ਼ਰ ਇਹਨਾਂ 4 ਗੱਲਾਂ 'ਚ ਉਹ ਵੀ ਜੋੜਦਾ। ਪਰ ਉਹਨਾਂ ਨਾਲੋਂ ਵੀ, ਉਹ ਸਭ ਨਾਲੋਂ ਵੱਧ ਕੇ ਇਹ 4 ਗੱਲਾਂ ਨੇ ਜਿਹੜੀਆਂ ਪਰਮੇਸ਼ਰ ਕਹਿੰਦਾ ਸੀ ਕਰੀਏ, ਉਹਦੀ ਗੱਲ 'ਤੇ ਧਿਆਨ ਲਾਈਏ। ਇਸੇ ਕਰਕੇ ਜਦੋਂ ਮਸੂਲੀ ਔਰ ਫਰੀਸੀਆ ਪ੍ਰਾਰਥਨਾ ਕਰਨ ਲਈ ਆਏ, ਤੇ ਜਿਹੜੀਆਂ ਬਾਕੀ ਗੱਲਾਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਪ੍ਰਾਰਥਨਾ ਦੀ ਗੱਲ, ਵਰਤ ਦੀ ਗੱਲ, ਦਸਵੰਧ ਦੇਣ ਦੀ ਗੱਲ, ਉਹਨੇ ਸਾਰੀਆਂ ਮਸੂਲੀਏ ਨੇ ਕਹੀਆਂ ਵੀ ਇਹ ਮੈਂ ਕਰਦਾ। ਪਰ ਪਰਮੇਸ਼ਰ ਨੇ ਕੀ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਜਿਹੜੀਆਂ ਤੂੰ ਕਰਦਾ, ਇਹ ਕਰਨੀਆਂ, ਇਹਨਾਂ ਨੂੰ ਸਾਈਡ 'ਤੇ ਰੱਖ। ਪਹਿਲਾਂ ਜਿਹੜੀ ਦਿਲੋਂ ਮੇਰੇ ਅੱਗੇ ਪ੍ਰਾਰਥਨਾ ਕਰਨ ਵਾਲੀ ਗੱਲ ਹੈ, ਜਿਹੜੀ ਮੇਰੇ ਨਾਲ ਜੁੜਨ ਵਾਲੀ ਗੱਲ ਹੈ, ਜਿਹੜੀ ਜ਼ਿੰਦਗੀ ਸਹੀ ਕਰਨ ਵਾਲੀ ਗੱਲ ਹੈ, ਪਹਿਲਾਂ ਉਹ ਜ਼ਰੂਰੀ। ਸੋ ਪਰਮੇਸ਼ਰ ਇਸ ਜਗ੍ਹਾ 'ਤੇ ਕਹਿੰਦਾ ਪ੍ਰਾਰਥਨਾ, ਮੈਂ ਇਹ ਗੱਲ ਕਹਿੰਦਾ ਪ੍ਰਾਰਥਨਾ ਕਰਨਾ ਜ਼ਰੂਰੀ ਹੈ, ਵਚਨ ਪੜ੍ਹਨਾ ਜ਼ਰੂਰੀ ਹੈ, ਸੰਗਤ ਕਰਨਾ ਜ਼ਰੂਰੀ ਹੈ, ਸਭ ਚੀਜ਼ਾਂ ਜ਼ਰੂਰੀ ਨੇ। ਪਰ ਸਭ ਤੋਂ ਵੱਧ ਕੇ ਜ਼ਰੂਰੀ ਹੈ ਪਰਮੇਸ਼ਰ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਔਰ ਫਿਰ ਉਸ 'ਤੇ ਅਮਲ ਕਰਨਾ ਹੈ ਨਾ, ਉਹਦੇ ਹੁਕਮਾਂ 'ਤੇ, ਵਿਧੀਆਂ 'ਤੇ ਚੱਲਣਾ। ਔਰ ਇਹ 4 ਗੱਲਾਂ ਜਿਹੜੀਆਂ ਤੁਸੀਂ ਬਾਅਦ 'ਚ ਵੀ ਪੜ੍ਹ ਸਕਦੇ ਜੇ। ਔਰ ਪਰਮੇਸ਼ਰ ਫਿਰ ਅੱਗੇ ਕਹਿੰਦਾ ਮੈਂ ਤੁਹਾਨੂੰ ਕੀ ਦਿਆਂਗਾ? ਬਰਕਤ ਦਿਆਂਗਾ। ਆਈਏ ਪ੍ਰਾਰਥਨਾ ਕਰਾਂਗੇ। ਪ੍ਰਭੂ ਜੀ, ਸ਼ੁਕਰਗੁਜ਼ਾਰ ਹੈ ਸੁੰਦਰ ਸਮੇਂ ਲਈ, ਧੰਨਵਾਦੀ ਹਾਂ ਆਪਣੇ ਵਚਨਾਂ 'ਚੋਂ ਆਪਨੇ ਸਾਡੇ ਨਾਲ ਗੱਲਾਂ ਕੀਤੀਆਂ। ਖੁਦਾਵੰਦਾ, ਮੇਰੇ ਇੱਕ ਭੈਣ ਭਾਈ ਲਈ ਮੇਰੀ ਪ੍ਰਾਰਥਨਾ ਹੈ, ਹਰੇਕ ਦੇ ਸਾਥ ਹੋਵੋ ਪਿਤਾ ਪਰਮੇਸ਼ਰ, ਆਪਦੀ ਦਇਆ ਸਭਨਾਂ ਉੱਤੇ ਬਣੀ ਰਹੇ, ਜਿਨ੍ਹਾਂ ਨੇ ਸੁਣਿਆ ਇਹਨਾਂ ਗੱਲਾਂ 'ਤੇ ਵਿਚਾਰ ਕਰਨ, ਔਰ ਪ੍ਰਭੂ ਆਪਣੀ ਜ਼ਿੰਦਗੀ 'ਚ ਉਹ ਗੱਲਾਂ ਲੈ ਕੇ ਆਉਣ ਜਿਨ੍ਹਾਂ ਤੋਂ ਆਪ ਨੂੰ ਸੱਚੀ ਪ੍ਰਸੰਨਤਾ ਮਿਲਦੀ ਹੈ। ਕਿਉਂਕਿ ਜਦੋਂ ਤੁਸੀਂ ਖੁਸ਼ ਜੇ, ਅਸੀਂ ਖੁਸ਼ ਹਾਂ ਪ੍ਰਭੂ। ਜਦੋਂ ਤੁਸੀਂ ਖੁਸ਼ ਜੇ, ਸਾਡੀ ਜ਼ਿੰਦਗੀ 'ਚ ਬਰਕਤ ਮਿਲੇਗੀ ਪ੍ਰਭੂ, ਸਾਡੇ ਲਈ ਤਰੱਕੀ ਦੇ ਰਾਹ ਖੁੱਲ੍ਹਣਗੇ। ਪਿਆਰੇ ਪਰਮੇਸ਼ਰ, ਅਸੀਂ ਆਪ ਸਾਰੇ ਜਿਨ੍ਹਾਂ ਨੇ ਇਸ ਵਚਨ ਨੂੰ ਸੁਣਿਆ, ਆਪੋ ਆਪਣੀਆਂ ਜ਼ਿੰਦਗੀਆਂ 'ਤੇ ਵਿਚਾਰ ਕਰ ਸਕੀਏ, ਗੌਰ ਕਰ ਸਕੀਏ, ਔਰ ਜੋ ਆਪ ਸਾਨੂੰ ਦਿਖਾਉਣਾ ਚਾਹੁੰਦੇ ਜੇ ਪ੍ਰਭੂ ਜੀ, ਜੋ ਸਾਡੀਆਂ ਗਲਤੀਆਂ ਸਾਹਮਣੇ ਆਪਣੇ ਵਚਨ ਦੁਆਰਾ ਲਿਆਂਦੀਆਂ ਨੇ, ਅਸੀਂ ਉਹਨਾਂ ਦਾ ਸੁਧਾਰ ਕਰ ਸਕੀਏ। ਪਿਆਰੇ ਪਰਮੇਸ਼ਰ, ਆਪ ਦੀ ਬੜੀ ਦਇਆ ਮੰਗਦੇ, ਮੇਰੇ ਇੱਕ ਭੈਣ ਭਾਈ ਦੇ ਸਾਥ ਹੋ। ਆਪ ਦੇ ਪਵਿੱਤਰ ਨਾਮ ਦੀ ਵਡਿਆਈ ਕਰਦੇ ਹਾਂ। ਪ੍ਰਾਰਥਨਾ ਵਿਨਤੀ ਪ੍ਰਭੂ ਯਿਸੂ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹੁਣ ਸਾਡੇ ਪਿਤਾ ਪਰਮੇਸ਼ਰ ਦਾ ਪ੍ਰੇਮ, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤੀ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਸਾਰਿਆਂ ਦੇ ਨਾਲ ਔਰ ਪਰਮੇਸ਼ਰ ਦੇ ਸਭਨਾਂ ਲੋਕਾਂ ਦੇ ਨਾਲ ਬਣੀ ਰਹੇ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ, ਆਮੀਨ। ਸੋ ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ, ਬਰਕਤ ਦੇਵੇ, ਔਰ ਪ੍ਰਾਰਥਨਾ ਕਰਦੇ ਰਹੀਏ ਸਾਡੇ ਲਈ ਵੀ, ਆਪਣੇ ਲਈ ਵੀ, ਸੰਗਤ ਲਈ ਵੀ। ਔਰ ਅਖੀਰ 'ਤੇ ਮੈਂ ਜੇ ਕੋਈ ਕਿਸੇ ਨੂੰ ਕੋਈ ਵੀ ਅੱਜ ਦੀ ਜਿਹੜੀ ਗੱਲ ਕੀਤੀ ਹੈ, ਕਿਸੇ ਨੂੰ ਨਿੱਜੀ ਤੌਰ 'ਤੇ ਕੋਈ ਗੱਲ ਨਹੀਂ ਹੈ, ਪਰਮੇਸ਼ਵਰ ਜਾਣਦਾ ਇਸ ਗੱਲ ਨੂੰ। ਇਹ ਸਾਰੀਆਂ ਜੋ ਵੀ ਵਚਨ ਦੇ ਵਿੱਚੋਂ ਗੱਲ ਕੀਤੀ ਹੈ ਜਾਂ ਉਸ ਤਰ੍ਹਾਂ ਵੀ ਅਸੀਂ ਗੱਲਾਂ ਕੀਤੀਆਂ, ਉਹ ਸਾਰਿਆਂ ਲਈ ਹੈ, ਸਿਰਫ ਕਿਸੇ ਇੱਕ ਜਣੇ ਲਈ ਨਹੀਂ ਹੈ। ਪਰ ਫਿਰ ਵੀ ਜੇ ਕਿਸੇ ਨੂੰ ਬੁਰੀ ਲੱਗੀ ਹੈ, ਤਾਂ ਮੈਂ ਤੁਹਾਡੇ ਸਾਰਿਆਂ ਕੋ, ਉਸ ਭੈਣ ਭਾਈ ਕੋ, ਜੇ ਕਿਸੇ ਨੂੰ ਵੀ ਕੋਈ ਵੀ ਮੇਰੀ ਗੱਲ ਜੇ ਕਿਸੇ ਨੂੰ ਬੁਰੀ ਲੱਗੀ ਹੈ, ਉਹਦੇ ਲਈ ਮੈਂ ਤੁਹਾਡੇ ਤੋਂ ਮਾफ़ੀ ਮੰਗਦਾ। ਪਰਮੇਸ਼ਵਰ ਤੁਹਾਨੂੰ ਬਰਕਤ ਦੇ। ਪਰ ਇਸ ਗੱਲ ਨੂੰ ਜ਼ਰੂਰ ਇਹਨਾਂ ਗੱਲਾਂ 'ਤੇ ਵਿਚਾਰ ਕਰਨਾ ਹੈ, ਔਰ ਸਮਝਦਾਰੀ ਤੋਂ ਕੰਮ ਲੈਣਾ, ਹਾਲਾਤਾਂ ਦੇ ਹਿਸਾਬ ਨਾਲ ਵੀ। ਔਰ ਜੋ ਪਰਮੇਸ਼ਵਰ ਦੇ ਵਚਨ 'ਚੋਂ ਅਸੀਂ ਸੁਣਿਆ, ਖਾਸ ਕਰਕੇ ਉਹਨਾਂ ਗੱਲਾਂ 'ਤੇ ਵਿਚਾਰ ਕਰਨਾ। ਇਸ ਅਧਿਆਇ ਨੂੰ ਦੁਬਾਰਾ ਪੜ੍ਹੀਏ, ਕੂਚ ਦੀ ਕਿਤਾਬ 15 ਅਧਿਆਇ 22 ਤੋਂ ਲੈ ਕੇ 27 ਆਇਤ ਨੂੰ ਦੁਬਾਰਾ ਪੜ੍ਹੀਏ, ਗੌਰ ਕਰੀਏ ਇਹਦੇ 'ਤੇ, ਔਰ ਵੇਖੀਏ ਪਰਮੇਸ਼ਵਰ ਕੀ ਕਹਿਣਾ ਚਾਹੁੰਦਾ। ਉਸ ਤੋਂ ਬਾਅਦ ਜਿਹੜੇ 10 ਹੁਕਮ ਕੂਚ ਦੀ ਕਿਤਾਬ 20 ਅਧਿਆਇ 'ਚ ਅਸੀਂ ਵੇਖੇ ਆ, ਉਹਨਾਂ ਨੂੰ ਵੀ ਜ਼ਰੂਰ ਪੜ੍ਹੀਏ। ਪਰਮੇਸ਼ਵਰ ਤੁਹਾਨੂੰ ਬਰਕਤ ਦੇ।